ਇੱਕ ਮਿੰਟ ਹਾਂਜੀ ਹਾਂਜੀ ਸਰ, ਤਿਆਰੀ ਇਦਾਂ ਸੀ ਕਿ ਸਰ ਮਤਲਬ ਕਿ ਪਹਿਲਾਂ ਤੇ ਮੈਨੂੰ ਪਹਿਲਾਂ ਕੌਨਫੀਡੈਂਸ ਹੀ ਨਹੀਂ ਸੀ ਸਰ ਕਿ ਮੈਂ ਦੁਬਾਰਾ ਪੇਪਰ ਦੇ ਸਕਾਂ ਸਰ, ਕਿਉਂਕਿ ਸਰ 2 ਸਾਲ ਹੋ ਗਏ ਸੀ ਓਕੇ ਤੇ 2 ਸਾਲ ਬਾਅਦ ਸਰ ਕਮਬੈਕ ਕਰਨਾ ਬਹੁਤਾ ਔਖਾ ਹੁੰਦਾ, ਬਹੁਤ ਜ਼ਿਆਦਾ। ਓਕੇ ਓਕੇ ਤੇ ਫਿਰ ਬਾਕੀ ਸਰ ਮੈਨੂੰ ਤੁਹਾਡਾ ਚੈਨਲ ਪਤਾ ਲੱਗਾ YouTube ਤੋਂ, ਤੇ ਓਕੇ ਮੈਂ ਜੀ ਕਿਹਾ ਚਲੋ ਸਰ ਵੀ ਆਪਣਾ ਮਤਲਬ ਇੱਕ ਵਧੀਆ ਜਿਹਾ ਸਰ ਕੀ ਕਹਿੰਦੇ ਆਪਾਂ ਕਨੈਕਟ ਕਰ ਪਾਏ ਕਿ ਸਰ ਮੈਨੂੰ ਜੁਆਇਨ ਕਰਨਾ ਚਾਹੀਦਾ। ਉਸ ਤੋਂ ਬਾਅਦ ਸਰ ਮੈਂ ਤੁਹਾਡਾ ਚੈਨਲ ਜੁਆਇਨ ਕੀਤਾ ਆਪਣਾ ਵਧੀਆ। ਮੈਂ ਮੇਰੇ ਖਿਆਲ ਨਾਲ ਸਰ 15 ਕਿ 20 ਦਿਨ ਦੀ ਆਪਣੀ ਕਲਾਸਿਸ ਸੀ ਮੇਰੇ ਖਿਆਲ ਨਾਲ, 20 ਹਾਂ ਡੇਜ਼ 22 ਦਿਨ ਕਲਾਸ ਲੱਗੀ ਆਪਣੀ, 22 ਦਿਨ ਹਾਂ ਬਸ। ਹਾਂਜੀ ਹਾਂਜੀ 20-22 ਦਿਨ। ਤੇ ਹਾਂਜੀ ਬਾਕੀ ਸਰ ਤੁਹਾਡੇ ਮੈਂ ਸੈਸ਼ਨ ਦੇਖਦਾ ਸੀ ਤੇ ਕਈ ਵਾਰੀ ਕਲਾਸ ਮੈਂ ਅਟੈਂਡ ਮੈਂ ਡੇਲੀ ਕਰਦਾ ਹੁੰਦਾ ਸੀ। ਬਿਲਕੁਲ ਮੈਂ ਕਹਿ ਤੇ ਕੇ ਹਟਿਆ ਗੱਲ, ਮੈਂ ਕਿਹਾ ਵੀ ਛੁੱਟੀ ਕਰ ਹਾਂਜੀ ਦੇਣੀ ਗੱਲ ਕਹੀ ਤੇ ਬਾਕੀ ਜਿੱਦਾਂ ਜਿੱਦਾਂ ਤੁਸੀਂ ਕਹਿੰਦੇ ਸੀ ਉਹ ਮੈਂ ਚੀਜ਼ਾਂ ਕੁਛ ਮੈਨੂੰ ਪਤਾ ਸੀ, ਕੁਛ ਤੁਸੀਂ ਦੱਸਿਆ ਮੈਂ ਉਹਨਾਂ ਨੂੰ ਜੋੜਿਆ ਪ੍ਰੋਪਰ ਵੇ ਨਾਲ, ਤੇ ਉਹ ਮੈਂ ਇੰਪਲੀਮੈਂਟ ਕੀਤੀਆਂ। ਬਿਲਕੁਲ ਜੀ। ਤੇ ਕਿੱਦਾਂ ਮੇਨ ਰੀਡਿੰਗ ਤੁਸੀਂ ਕਰਦੇ ਹੁੰਦੇ ਸੀ ਘਰੇ, ਥੋੜਾ ਮੋਟਾ ਵੀ ਦੱਸੋਗੇ ਸਟੂਡੈਂਟਸ ਨੂੰ? ਰੀਡਿੰਗ ਦਾ ਸਰ ਜਿੱਦਾਂ ਤੁਸੀਂ ਕਿਹਾ ਸੀ ਨਾ, ਤੇ ਮੈਂ ਉਦਾਂ ਹੀ ਫੋਲੋ ਕੀਤੀਆਂ। ਓਕੇ ਜੀ। ਤੇ ਪਹਿਲਾਂ ਟ੍ਰਾਂਸਲੇਸ਼ਨ ਮੇਰੇ ਕੋਲ ਵਗੈਰਾ ਕਰਦੇ ਹੁੰਦੇ ਸੀ, ਵੋਕੈਬ ਹਾਂਜੀ ਕਰਦੇ ਹਾਂਜੀ ਹੁੰਦੇ ਸੀ? ਸਰ ਮੇਨ ਗੱਲ ਇਹ ਹੈ ਕਿ ਮੈਂ ਪ੍ਰੋਪਰ ਰੀਡਿੰਗ ਘੱਟ ਕਰਦਾ ਹੁੰਦਾ ਸੀ, ਫੁੱਲ ਰੀਡਿੰਗ ਮੈਂ ਘੱਟ ਕਰਦਾ ਸੀ। ਓਕੇ ਠੀਕ ਹੈ ਤੇ ਜੀ। ਮੈਂ ਸਿਰਫ ਇਹ ਦੇਖਦਾ ਕਿ ਮੈਂ ਕਿੱਥੇ ਮੇਰੀ ਵੀਕਨੈਸ ਆ ਰਹੀ ਹੈ, ਕਿੱਥੇ ਮੇਰੀ ਸਮਝ ਗਿਆ ਪ੍ਰੋਬਲਮ ਜੀ। ਮੇਨ ਵੀਕ ਮੈਂ ਟੌਪਿਕ ਉਹ ਮੇਰੇ ਕਹਿਣ ਦਾ ਮਤਲਬ ਵੀ ਜਿਵੇਂ ਤੁਸੀਂ ਸਮਝ ਵੀ ਟਰੂ ਫਾਲਸ ਮੇਰੇ ਨਹੀਂ ਸਹੀ ਹੋ ਰਹੇ, ਜਾਂ ਮੈਨੂੰ ਹੈਡਿੰਗ ਜ਼ਿਆਦਾ ਸਟਰੋਂਗ ਕਰਨੀਆਂ ਚਾਹੀਦੀਆਂ, ਏਦਾਂ? ਹਾਂਜੀ ਹਾਂਜੀ ਸਰ ਬਿਲਕੁਲ ਬਿਲਕੁਲ ਮੈਂ ਸਮਝ ਉਦਾਂ ਹੀ ਗਿਆ। ਕੀਤਾ ਜਾਣੀ ਕਿ ਕਿ ਯਾਰ ਤੁਸੀਂ ਉਹ ਜ਼ੋਨ ਉੱਪਰ ਵਰਕ ਕਰਦੇ ਸੀ ਜਿਹੜਾ ਜ਼ੋਨ ਵੀਕ ਸੀਗਾ। ਹਾਂਜੀ ਹਾਂਜੀ ਬਿਲਕੁਲ ਤੇ ਜੀ। ਮੈਂ ਇਹ ਫਿਰ ਕਰਦਾ ਜਿੱਦਾਂ ਮੇਰੀ ਟਰੂ ਫਾਲਸ ਵਿੱਚ ਹੈਗੀ ਸੀ ਥੋੜੇ ਪ੍ਰੋਬਲਮ, ਮੈਂ ਇਹ ਦੇਖਿਆ ਡੀਪ ਐਨਾਲਾਈਜ਼ ਕੀਤਾ ਕਿ ਟਰੂ ਠੀਕ ਹੈ ਫਾਲਸ ਸਾਡੇ ਗਲਤ ਕਿਉਂ ਹੋ ਰਿਹਾ, ਸਮਝ ਉਹ ਗਿਆ ਮੈਂ ਦੇਖਿਆ। ਤੁਹਾਡੀ ਗੱਲ। ਤੇ ਜਿਹੜੇ ਸਹੀ ਹੋ ਰਿਹਾ ਉਹ ਦੇਖਿਆ ਕਿ ਮੈਂ ਸਹੀ ਸਾਡੇ ਕਿਉਂ ਹੋ ਰਿਹਾ। ਸਮਝ ਗਿਆ ਮੈਂ ਤੁਹਾਡੀ ਗੱਲ। ਕਿਉਂਕਿ ਸਰ ਘਰ ਦਾ ਸਾਡੇ ਮਾਹੌਲ ਡਿਫਰੈਂਟ ਹੁੰਦਾ ਹੈ ਤੇ ਸਰ ਉੱਥੇ ਬਹੁਤ ਮਾਹੌਲ ਡਿਫਰੈਂਟ ਹੁੰਦਾ ਹੈ। ਬਿਲਕੁਲ ਇੱਕ ਬਿਲਕੁਲ। ਗੱਲ ਸਰ ਮੈਂ ਹੋਰ ਨੋਟ ਕੀਤੀ ਹੈ ਕਿ ਸਰ ਉੱਥੇ ਦਾ ਇੱਕ ਲਾਈਟਿੰਗ ਸਿਸਟਮ ਬਹੁਤ ਚੇਂਜ ਹੁੰਦਾ, ਪੂਰਾ ਹੋਲ ਠੀਕ ਹੈ, ਐਨਵਾਇਰਨਮੈਂਟ ਮੈਂ ਕਹਿ ਦੂੰਗਾ। ਸਮਝ ਗਿਆ ਮੈਂ ਤੁਹਾਡੀ ਗੱਲ। ਤੇ ਸੈਕਿੰਡਲੀ ਸਰ ਇੱਕ ਜਿਹੜੇ ਫੌਂਟ ਆਪਾਂ ਜਿਹੜਾ ਡੇਲੀ ਆਪਾਂ ਕੰਮ ਕਰਦੇ ਹਾਂ, ਕੈਂਬਰਿਜ ਕਰ ਲਈਏ ਹਾਂਜੀ ਜਾਂ ਕੋਈ ਹੋਰ ਕਰ ਲਈਏ ਨਾ, ਆਇਲਸ ਵਗੈਰਾ, ਬਿਲਕੁਲ। ਤੇ ਸਰ ਉਹਨਾਂ ਦੇ ਫੌਂਟ ਜਿਹੜਾ ਇੱਕ ਸਟਾਈਲ ਹੁੰਦਾ ਨਾ ਉਹ ਡਿਫਰੈਂਟ ਸੀ, ਤੇ ਸਰ ਮੇਰਾ ਜਿਹੜੀ ਰੀਡਿੰਗ ਆਈ ਸੀ ਨਾ ਸਰ ਉਹ ਹਾਂਜੀ ਡਿਫਰੈਂਟ ਸੀ ਸਰ। ਤੇ ਓਕੇ ਥੋੜਾ ਜਿਹਾ ਨਾ ਫੌਂਟ ਕਨੈਕਟ ਕਰਨਾ ਬੜਾ ਔਖਾ ਸੀ ਥੋੜਾ ਜਿਹਾ ਉਦੋਂ, ਸਮਝ ਗਿਆ ਮੈਂ ਤੁਹਾਡੀ ਇੱਕ ਗੱਲ। ਫੀਲਿੰਗ ਜੀ ਨਹੀਂ ਆ ਰਹੀ ਸੀ ਫੈਮਿਲੀਅਰ ਦੀ ਕਿ ਯਾਰ ਸਮਝ ਗਿਆ। ਹਾਂ ਕਿ ਇਦਾਂ ਲੱਗ ਰਿਹਾ ਸੀ ਕਿ ਯਾਰ ਜਿਵੇਂ ਇਹ ਆਪਾਂ ਤੁਸੀਂ ਕੀ ਕਰ ਰਹੇ ਹਾਂ। ਜਿਵੇਂ ਆਪਾਂ ਕੈਂਬਰਿਜ ਦੀਆਂ ਸਾਰੀਆਂ ਬੁੱਕ ਦੀ ਅਪੀਅਰੈਂਸ ਦੇਖੀਏ ਤਾਂ ਅਪ ਟੂ ਸਮ ਐਕਸਟੈਂਟ ਤੋਂ ਸੇਮ ਹੀ ਆ ਸਾਰਿਆਂ ਹਾਂਜੀ ਦੀ, ਹਾਂਜੀ ਹਾਂਜੀ ਅਪੀਅਰੈਂਸ ਹੁੰਦੀ ਜਿਹੜੀ। ਹਾਂਜੀ ਅਪੀਅਰੈਂਸ ਹਾਂਜੀ, ਬਿਲਕੁਲ ਜਿੰਨਾ ਬਿਲਕੁਲ ਆਪਾਂ ਫੈਮਿਲੀਅਰ ਕਰ ਸਕਦੇ ਹਾਂ ਕਿ ਮੈਂ ਇਹ ਚੀਜ਼ ਕਰਦਾ ਪਿਆ ਵਾਂ ਹਨਾ, ਆਪਾਂ ਕਨੈਕਟ ਬਿਲਕੁਲ ਕਰ ਪਾਉਂਦੇ ਹਾਂ। ਬਟ ਉੱਥੇ ਸਰ ਬਿਲਕੁਲ ਇਹ ਸਿਨੈਰੀਓ ਬਹੁਤ ਡਿਫਰੈਂਟ ਸੀ। ਸਮਝ ਗਿਆ ਮੈਂ ਤੁਹਾਡੀ। ਤੇ ਬਾਕੀ ਰੀਡਿੰਗ ਦਾ ਜੇ ਬਾਕੀ ਮੈਂ ਜਦੋਂ ਗੱਲ ਕਰਾਂ, ਇਗਜ਼ਾਮ ਦੇਈ ਜਾਂਦੇ ਸੀ ਉਦੋਂ ਦਾ ਥੋੜਾ ਜਿਹਾ ਆਪਦਾ ਥਿੰਕਿੰਗ ਪ੍ਰੋਸੈਸ ਦੱਸੋਗੇ? ਜਦੋਂ ਰੀਡਿੰਗ ਕਰੀ ਜਾਂਦੇ ਸੀਗੇ, ਉਹ ਮੇਨ ਚੀਜ਼ ਹੁੰਦੀ ਮੇਰੇ ਹਿਸਾਬ ਨਾਲ। ਜਦੋਂ ਆਪਾਂ ਮੈਦਾਨ 'ਚ ਹੁੰਨੇ ਆ ਨਾ, ਕਿਸੇ ਵੀ ਚੀਜ਼ ਨਾਲ ਲੜ ਰਹੇ ਹੁੰਨੇ ਹਾਂਜੀ ਆ, ਉਦੋਂ ਹਾਂਜੀ ਹਾਂਜੀ ਕੀ ਬਈ ਮਾਈਂਡ ਸੈਟ ਕੀ ਸੀ ਉਦੋਂ? ਸਰ ਪਹਿਲੀ ਗੱਲ ਤੇ ਸਰ ਕੀ ਕਹਦੇ ਕਿਸਮਤ ਕਹਿ ਲਓ ਜਾਂ ਕੁਛ ਕਹਿ ਲਓ ਸਰ, ਪਹਿਲੀ ਗੱਲ ਮੈਂ ਜਿੱਦਣ ਮੇਰਾ ਐਗਜ਼ਾਮ ਸੀ ਨਾ ਸਰ ਉਸ ਤੋਂ ਕੁਛ ਦੇਰ ਪਹਿਲਾਂ ਹੀ ਮੈਂ ਬਿਮਾਰ ਹੋ ਗਿਆ ਸੀ ਸਰ। ਅੱਛਾ ਠੀਕ ਹੈ। ਤੇ ਸਰ ਮੈਂ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਵਾਂ, ਤੇ ਸਰ ਮੇਰਾ ਐਗਜ਼ਾਮ ਹੈਗਾ ਸੀ ਅੰਮ੍ਰਿਤਸਰ। ਤੇ ਓਕੇ ਸਰ ਜੀ। ਮੈਨੂੰ ਮੌਕੇ ਤੇ ਮੇਰੇ ਪੇਰੈਂਟਸ ਵੀ ਕਿਤੇ ਗਏ ਹੋਏ ਸੀ ਸਰ, ਮੈਨੂੰ ਗੱਡੀ ਵੀ ਖੁਦ ਡਰਾਈਵ ਕਰਕੇ ਜਾਣੀ ਪਈ। ਓਕੇ ਇਹ ਕਰਕੇ ਮੈਨੂੰ ਮੈਂ ਸਰ ਕੀਤਾ ਥੋੜਾ ਮੈਂਟਲੀ ਮੈਂ ਹਿੱਲ ਗਿਆ ਸੀ ਸਰ, ਕਿ ਮੈਂ ਪੇਪਰ ਦੇਣਾ ਨਹੀਂ ਸਰ। ਮੈਨੂੰ ਪਹਿਲੀ ਗੱਲ ਤੇ ਇਹ ਫੀਲਿੰਗ ਆਈ। ਸਮਝ ਗਏ ਜੀ ਸੈਕਿੰਡਲੀ ਮੈਂ ਗੱਲ ਓਕੇ। ਕੀਤਾ ਪਰ ਮੈਂ ਕਿਹਾ ਨਹੀਂ, ਇੱਕ ਵਾਰੀ ਮੈਨੂੰ ਪੇਪਰ ਦੇਣਾ ਚਾਹੀਦਾ ਵਾ ਸਰ। ਮੈਂ ਹਾਂਜੀ ਉੱਥੇ ਗਿਆ, ਲਿਸਨਿੰਗ 'ਚ ਮੇਰੇ ਸਿਰਫ ਥੋੜੇ ਜਿਹੇ ਰਹਿ ਗਿਆ, ਉਹ ਵੀ 6.5 ਤਾਂ ਰਹੇ ਕਿ ਮੈਂ ਬਿਮਾਰ ਸੀ। ਤੇ ਸਮਝ ਗਿਆ ਮੈਂ ਉਹ ਕਿਉਂਕਿ ਫਿਰ ਥੋੜਾ ਮੈਨੂੰ ਕਨਸੈਂਟ੍ਰੇਸ਼ਨ ਮਾਈਂਡ ਥੋੜਾ ਕੰਸਟਰੇਟ ਲੈਕ ਕਰ ਜਾਂਦਾ ਵਿੱਚ ਦੀ। ਹਾਂ ਹਾਂਜੀ ਹਾਂਜੀ, ਤੇ ਉਹ ਬਾਕੀ ਮੈਂ ਕੀਤਾ, ਮੈਂ ਚਲੋ ਕੋਈ ਨਹੀਂ। ਤੇ ਫਿਰ ਮੈਂ ਅੱਗੇ ਫੋਕਸ ਕੀਤਾ ਰੀਡਿੰਗ ਤੇ। ਰੀਡਿੰਗ ਦਾ ਸਰ ਹਾਂਜੀ ਪਹਿਲਾਂ ਤੇ ਸਰ ਪਹਿਲੀ ਗੱਲ ਤਾਂ ਮੈਂ ਦੱਸਿਆ ਤੁਹਾਨੂੰ ਕਿ ਜਿਹੜੀ ਹੈਗੀ ਸੀ ਫੌਂਟ ਉਹ ਸਟਾਈਲ ਡਿਫਰੈਂਟ ਸੀ, ਤੇ ਉਦੋਂ ਠੀਕ ਹੈ ਮੈਨੂੰ ਥੋੜਾ ਜਿਹਾ ਕਨੈਕਟ ਕਰਨਾ ਔਖਾ ਸੀ। ਠੀਕ ਹੈ ਜੀ ਓਕੇ। ਠੀਕ ਹੈ ਜੀ, ਉਹ ਫਿਰ ਮੈਂ ਥੋੜਾ ਦੇਖਿਆ ਪੈਸੇ ਵਗੈਰਾ ਕੀ ਆ ਹਨਾ। ਫਿਰ ਮੈਂ ਜਿੱਦਾਂ ਤੁਸੀਂ ਮੈਂ ਇੱਕ ਮਾਹੌਲ ਬਣਾ ਲਿਆ ਕਿ ਮੇਰੇ ਕੋਲ ਸਿਰਫ 1 ਘੰਟਾ ਵਾ ਮੇਰੀ ਜ਼ਿੰਦਗੀ ਦਾ। ਹਾਂਜੀ ਠੀਕ ਹੈ ਸਰ, ਬਿਲਕੁਲ ਮੈਂ ਜੀ ਕਿਹਾ ਅੱਜ ਆਰ ਜਾਂ ਪਾਰ, ਜਿਹੜੀ ਸਿੱਧੀ ਹਾਂਜੀ ਜਿਹੜੀ ਮੇਰੀ ਫੀਲਿੰਗ ਸੀ। ਤੇ ਮੈਂ ਬਿਲਕੁਲ ਸਰ ਜੀ ਉਦੋਂ ਫਿਰ ਪੈਸੇ ਵਗੈਰਾ ਪੜ੍ਹੇ, ਤੇ ਥੋੜਾ ਠੀਕ ਜਿਹਾ ਹੈ ਮੈਨੂੰ ਕਨੈਕਟ ਕਰਨਾ ਔਖਾ ਸੀ। ਤੇ ਫਿਰ ਮੈਂ ਦੇਖਿਆ ਪੈਸੇ ਕੀ ਉਹ ਡਿਮਾਂਡ ਕੀ ਕਰ ਰਹੇ ਆ। ਸਰ ਠੀਕ ਹੈ ਮੈਂ ਜੀ ਸਭ ਤੋਂ ਪਹਿਲਾਂ ਤਾਂ ਫਿਲਅਪਸ ਕੀਤੀਆਂ। ਠੀਕ ਹੈ ਠੀਕ ਹੈ ਜੀ, ਓਕੇ ਕਿਉਂਕਿ ਮੇਰੀਆਂ ਸਟਰੋਂਗ ਸੀ ਥੋੜੀ ਫਿਲਅਪਸ, ਤੇ ਮੇ ਠੀਕ ਹੈ ਬੀ 5 ਜਾਂ 10 ਫਿਲਅਪਸ ਆਈਆਂ ਸੀ ਮੇਰੇ ਖਿਆਲ ਨਾਲ। ਨਹੀਂ ਠੀਕ ਹੈ ਜੀ 5 ਆਈਆਂ ਸਰ, 5 ਫਿਲਅਪਸ ਆਈਆਂ ਸੀ। ਉਸ ਤੋਂ ਓਕੇ ਬਾਅਦ ਸਰ ਮੈਂ ਚੱਕਿਆ ਟਰੂ ਫਾਲਸ। ਠੀਕ ਹੈ ਜੀ ਤੇ ਸਰ ਮੈਂ ਤਿੰਨੇ ਪੈਸੇਜ ਚੱਕ ਲਈ। ਮੈਂ ਇੱਦਾਂ ਨਹੀਂ ਗਿਆ ਕਿ ਪਹਿਲਾ ਪੈਸੇਜ, ਸੈਕਿੰਡ ਪੈਸੇਜ ਜਾਂ ਥਰਡ ਪੈਸੇਜ। ਪਹਿਲਾਂ ਓਕੇ ਮੈਂ ਦੇਖਿਆ ਕਿ ਹਾਂਜੀ ਕਿ ਟਰੂ ਫਾਲਸ ਫਿਲਅਪਸ ਨੇ ਇਹ ਚੱਕੀਆਂ। ਤੇ ਉਸ ਤੋਂ ਹਾਂਜੀ ਬਾਅਦ ਸਰ ਉਹ ਕਨਫਿਊਜ਼ ਬਹੁਤ ਕਰਦੇ ਸੀ ਠੀਕ ਹੈ ਪੈਸੇਜ ਵਿੱਚ ਨਾ। ਇੱਕ ਸਾਨੂੰ ਪ੍ਰੋਪਰ ਜਿਹਾ ਆ ਨਹੀਂ ਰਿਹਾ ਸੀ ਕਿ
ਹਾਂ ਕੋਈ ਫੀਲਿੰਗ ਆ ਰਹੀ ਸੀ ਕਿ ਮੈਂ ਆ ਕਰਤਾ ਇੱਕ ਡਨ, ਮੈਂ ਜਿੱਦਾਂ ਮੈਨੂੰ ਆਈ ਗਿਆ ਮੈਂ ਕਰੀ ਗਿਆ ਤੇ ਆਪਣੀ ਨਾਲ ਦੀ ਨਾਲ ਸਰ ਮੈਂ ਟ੍ਰਾਂਸਫਰ ਹੀ ਕਰੀ ਗਿਆ। ਇੱਕ ਮੈਨੂੰ ਕੌਨਫੀਡੈਂਸ ਆ ਗਿਆ ਕਿ ਹਾਂ ਕਿ ਮੈਂ ਇੰਨੇ 10 ਕੁਐਸਚਨ ਕਰ ਲਏ ਆ, 15 ਕੁਐਸਚਨ ਕਰ ਲਏ ਆ। ਬਿਲਕੁਲ ਬਿਲਕੁਲ ਇਹ ਮੈਂ ਕਰ ਦੇਣਾ। ਤੇ ਸਰ ਇੱਕ ਗੱਲ ਹੋਰ ਮੈਂ ਕਹਿਣਾ ਚਾਹੂੰਗਾ ਸਰ, ਉਹ ਡਿਸਟਰੈਕਟ ਬਹੁਤ ਕਰਦੇ ਆ ਕਿ ਤੁਹਾਡੇ ਕੋਲ ਸਿਰਫ 20 ਮਿੰਟ ਰਹਿ ਗਏ ਆ, 10 ਮਿੰਟ ਰਹਿ ਗਏ ਆ, ਉਹ ਚੀਜ਼ ਨੂੰ ਅਵੋਇਡ ਕਰੋ। ਉਹ ਚੀਜ਼ ਨੂੰ ਬਿਲਕੁਲ ਡਿਸਟਰੈਕਟ ਉਹਨਾਂ ਨੇ ਵਾਰੀ-ਵਾਰੀ ਕਰਨਾ ਆਪਾਂ ਨੂੰ ਟਾਈਮ ਦੱਸ ਕੇ ਨਾ। ਕਈ ਬੱਚੇ ਹੁੰਦੇ ਜਿਹੜੇ ਵਾਰੀ-ਵਾਰੀ ਉਹਨਾਂ ਲਈ ਝਾਕਦੇ ਆ ਤੇ ਬਾਅਦ ਚੋਂ ਆਪਦੇ ਮੱਥੇ ਤੇ ਥੋੜੀਆਂ ਤਿਉੜੀਆਂ ਜਿਹੀਆਂ ਪਾ ਕੇ ਆਪਦਾ ਥੋੜਾ ਵੇ ਚੇਂਜ ਕਰ ਦਿੰਦੇ ਰੀਡਿੰਗ ਕਰਨ ਦਾ, ਯਾਨੀ ਕਿ ਉਹਨੂੰ ਸੇਮ ਰੱਖਣੀ ਉਹ ਚੀਜ਼। ਹਾਂਜੀ ਕਿਉਂਕਿ ਟਾਈਮ ਜੋ ਬੋਲ ਰਿਹਾ 20 ਮਿੰਟ ਰਹਿ ਗਏ ਤਾਂ ਉਹ ਤਾਂ ਆਪਾਂ ਨੂੰ ਵੀ ਪਤਾ ਵਾ, ਯਾਨੀ ਕਿ ਬਿਨਾਂ ਬੋਲੇ ਹੀ ਪਤਾ ਉਹਨਾਂ ਦੇ ਆਪਾਂ ਨੂੰ ਕਲੌਕ ਮੂਹਰੇ ਲੱਗਾ ਆਪਣੇ। ਸਹੀ ਹੈ ਨਾ? ਹਾਂਜੀ ਤੇ ਸਰ ਇੱਕ ਹੋਰ ਜਦੋਂ ਆਪਾਂ ਰੀਡਿੰਗ ਪੈਸਿਵ ਕਰਦੇ ਹਾਂ, ਸਿਰਫ ਆਪਣੇ ਦਿਮਾਗ ਟਾਈਮ ਵੱਲ ਬਾਰ-ਬਾਰ ਨਾ ਦੇਖੋ। ਠੀਕ ਹੈ ਜੀ। ਕਈ ਬੱਚੇ ਕੀ ਕਰਦੇ ਆ ਕਿ ਇੱਕ ਕੁਐਸਚਨ ਕਰਦੇ ਆ, 2 ਕੁਐਸਚਨ ਕਰਦੇ, ਉਹ ਬਾਰ-ਬਾਰ ਟਾਈਮ ਵੱਲ ਵੇਖਦੇ ਆ। ਠੀਕ ਹੈ ਜੀ। ਜਦੋਂ ਆਪਾਂ ਟਾਈਮ ਵੱਲ ਵੇਖਦੇ ਆ ਤੇ ਆਪਾਂ ਜਦੋਂ ਕਮ ਬੈਕ ਕਰਦੇ ਆ ਨਾ, ਅਸੀਂ ਸਭ ਕੁਝ ਫ੍ਰੀ ਹੋ ਜਾਂਦੇ ਆ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਕਿਹੜੇ ਤੁਹਾਨੂੰ ਕੁਐਸਚਨ ਮੇਰੀ ਤੇ ਸੀ। ਗੱਲ ਯਾਦ ਹੋਵੇ, ਜਿਵੇਂ ਆਪਾਂ ਕਹਿੰਦੇ ਜਦੋਂ ਆਪਾਂ ਨੇ ਕਿ ਬੈਕ ਆਉਂਦੇ ਆ ਤਾਂ ਮਾਈਂਡ ਨੂੰ ਵੀ 5 ਤੋਂ 6 ਸੈਕਿੰਡ ਫਿਰ ਲੱਗ ਜਾਂਦੇ ਆ ਕਨਸੈਂਟਰੇਸ਼ਨ ਬਣਾਉਣ ਦੇ ਲਈ। ਹਾਂਜੀ ਬਿਲਕੁਲ ਸਰ ਬਿਲਕੁਲ। ਇਹ ਚੀਜ਼ ਨਿੱਕੀਆਂ ਚੀਜ਼ਾਂ ਹੁੰਦੀਆਂ ਵਾ। ਬਾਕੀ ਸਰ ਪ੍ਰੈਕਟਿਸ ਬਹੁਤ ਮੈਟਰ ਕਰਦੀ ਹੈ ਬੰਦੇ ਦੀ, ਕਿ ਤੁਸੀਂ ਪ੍ਰੈਕਟਿਸ ਕਿੱਦਾਂ ਕਰ ਰਹੇ ਹੋ। ਬਿਲਕੁਲ, ਯਾਨੀ ਕਿ ਤੁਸੀਂ ਫੁੱਲ ਰੀਡਿੰਗ ਨੂੰ ਛੱਡ ਕੇ ਆਪਣੀ ਰੀਡਿੰਗ ਦਿਓ, ਮੇਨ ਚੀਜ਼ ਤੇ ਧਿਆਨ ਦਿਓ ਵੀ ਟ੍ਰਾਂਸਲੇਸ਼ਨ ਹੋ ਗਈ, ਆਪਣਾ ਵੀਕ ਪੁਆਇੰਟ ਹੋ ਗਿਆ, ਵੀਕ ਜ਼ੋਨ ਹੋ ਗਿਆ, ਟਾਈਪ ਕਲੀਅਰ ਕਰਨ ਤੇ ਤੁਹਾਡਾ ਫੋਕਸ ਸੀਗਾ ਮੇਰੇ ਕਹਿਣ ਦਾ ਮਤਲਬ। ਹਾਂਜੀ ਟਾਈਪ ਕਲੀਅਰ ਕਰਨ ਦਾ, ਕਿਉਂਕਿ ਸਰ ਆਪਾਂ 10 ਰੀਡਿੰਗਾਂ ਕਰ ਲਈਏ ਸਾਨੂੰ ਕੁਝ ਫਰਕ ਨਹੀਂ ਪੈਣਾ ਜਦੋਂ ਤੱਕ ਸਾਡੀਆਂ ਟਾਈਪਸ ਹੀ ਨਹੀਂ ਕਲੀਅਰ ਹੋ ਰਹੀਆਂ, ਸਾਡੇ ਅਸੀਂ ਸੈਟੀਸਫਾਈ ਨਹੀਂ ਹੋ ਰਹੇ ਸਾਡੇ ਕਿੰਨੇ ਠੀਕ ਹੋ ਰਿਹਾ ਹੈ ਨਾ ਸਰ। ਟਾਈਮ ਮੈਨੇਜਮੈਂਟ ਤੇ ਮੈਂ ਇਹ ਕੰਸੀਡਰ ਕਰਦਾ, ਟਾਈਮ ਮੈਨੇਜਮੈਂਟ ਲਾਸਟ ਸਾਨੂੰ ਕੰਸੀਡਰ ਕਰਨਾ ਚਾਹੀਦਾ। ਹਾਂ, ਸਭ ਤੋਂ ਲਾਸਟ ਸਟੈਪ ਹੁੰਦਾ ਆਪਣਾ ਟਾਈਮ ਮੈਨੇਜਮੈਂਟ। ਉਦੋਂ ਪਹਿਲਾਂ ਆਪਣੀ ਐਕੂਰੇਸੀ ਡਿਵੈਲਪ ਕਰੋ। ਹਾਂਜੀ ਬਿਲਕੁਲ ਕਿੰਨੇ ਕਰਦਾ ਮੈਂ, ਉਹਨਾਂ ਚੋਂ ਸਹੀ ਮੇਰੇ ਕਿੰਨੇ ਹੁੰਦੇ ਆ, ਮੇਨ ਚੀਜ਼ ਜਿਹੜੀ ਹੈਗੀ। ਬਿਲਕੁਲ ਸਰ ਬਿਲਕੁਲ। ਤੁਸੀਂ ਆਹ ਵਾਲੀ ਚੀਜ਼ ਅਪਰੋਚ ਕਦੇ ਨਹੀਂ ਕੀਤੀ ਘਰੇ ਡੇਲੀ ਵੀ ਇੱਕ ਪੂਰਾ ਘੰਟਾ ਜਾਣੀ ਕਿ ਲਾ ਲਿਆ ਰੀਡਿੰਗ ਕਰ ਲਈ, ਨੈਕਸਟ ਡੇ ਫਿਰ ਘੰਟਾ ਲਾ ਲਿਆ, ਫਿਰ ਰੀਡਿੰਗ ਕਰ ਲਈ ਪੂਰੀ, ਆਹ ਵਾਲੀ ਚੀਜ਼ ਨਹੀਂ ਫੋਲੋ ਕੀਤੀ ਮੇਰੇ ਕਹਿਣ ਦਾ ਮਤਲਬ। ਹਾਂਜੀ ਬਿਲਕੁਲ। ਓਕੇ ਠੀਕ ਹੈ ਜੀ। ਤਾਂ ਦੇਖੋ ਬਾਕੀ ਸਟੂਡੈਂਟ ਦੇ ਸਾਹਮਣੇ ਹੈ ਜੀ ਉਹ ਸਾਰੀ ਚੀਜ਼। ਤੇ ਬਾਕੀ ਫਾਈਨਲ ਦੇ ਵਿੱਚ ਅੱਛਾ ਕਿੱਦਾਂ ਸੀ ਕਰਨ, ਜਿਵੇਂ ਟਰੂ ਫਾਲਸ ਆਪਾਂ ਕਲਾਸ 'ਚ ਕਰਦੇ ਆ, ਜਿਹੜੀਆਂ ਆਪਾਂ ਟ੍ਰਿਕਸ ਸਟ੍ਰੈਟਜੀਆਂ ਵੇਖਦੇ ਆ, ਕੁਝ ਚੇਂਜ ਹੁੰਦਾ ਜਾਂ ਸੇਮ ਚੀਜ਼ਾਂ ਦੇ ਨਾਲ ਹੀ ਬਸ ਹੁੰਦਾ ਵਾ ਜੀ? ਜਿਵੇਂ ਆਪਾਂ ਟਰੂ ਫਾਲਸ ਦੇਖਦੇ ਕੰਪੈਰੀਜ਼ਨ ਕਰਕੇ ਲਾਤਾ ਜੀ ਇਹਨਾਂ ਨੇ, ਇੱਥੋਂ ਆਹ ਲਾਤਾ, ਇੱਥੋਂ ਆਹ ਲਾਤਾ ਉਹਨਾਂ ਨੇ, ਉਹ ਚੀਜ਼ਾਂ ਸਾਰੀਆਂ ਕੰਮ ਆਉਂਦੀਆਂ ਜੋ ਆਪਾਂ ਘਰੇ ਕਰਦੇ ਹਾਂ? ਹਾਂਜੀ ਸਰ ਬਿਲਕੁਲ ਜਿੱਦਾਂ ਤੁਸੀਂ ਕਰਾਇਆ ਸੀ ਨਾ ਸਰ। ਮੇਨ ਗੱਲ ਇਹ ਹੁੰਦੀ ਹੈ, ਕਈ ਸਾਡੇ ਦਿਮਾਗ 'ਚ ਕੀ ਆ ਸਾਡੇ ਉਦੋਂ ਵਕਤ, ਮਤਲਬ ਕਿ ਜਿਹੜੀ ਟਿਪਸ ਤੁਸੀਂ ਦਿੱਤੀਆਂ ਸੀ ਉਹ ਦਿਮਾਗ 'ਚ ਅਸੀਂ ਰੱਖਦੇ ਹਾਂ ਕਿ ਨਹੀਂ ਰੱਖਦੇ, ਇਹ ਸਰ ਮੈਟਰ ਕਰਦਾ ਹੈ। ਇਹ ਮੈਟਰ ਕਰਦਾ ਹੈ ਸਰ। ਬੜੀਆਂ ਟਿਪਸ ਹੁੰਦੀਆਂ ਵਾ ਕਿ ਤੁਹਾਨੂੰ ਕਿੱਦਾਂ ਕੁਐਸਚਨ ਪਾਇਆ ਉਹਨਾਂ ਨੇ ਸਰ, ਡਿਫਰੈਂਟ ਟਾਈਪ ਉਹਨਾਂ ਨੇ ਤੁਹਾਨੂੰ ਘੁਮਾਉਣਾ ਹੁੰਦਾ ਪੂਰਾ। ਜਿਵੇਂ ਮਲਟੀਪਲ ਦੇ ਵਿੱਚ ਆਪਾਂ ਨੂੰ ਜਿਵੇਂ ਪਤਾ ਲੱਗਦਾ ਵੀ ਜਾਨੀ ਕਿ B ਤੇ D ਦੋਨੇ ਕਲੋਜ਼ ਆ, ਪਰ ਫਿਰ ਇਹਨਾਂ ਵਿੱਚੋਂ ਇੱਕ ਤੇ ਆਪਾਂ ਕਰਨਾ ਵੀ ਕਲੋਜ਼ ਕਿਹੜਾ ਨਿਕਲ ਗਿਆ ਜ਼ਿਆਦਾ ਇਹਨਾਂ ਚੋਂ। ਜਿਵੇਂ ਕਿ ਤੁਸੀਂ ਦੱਸਿਆ ਸੀ ਕਿ ਸਾਡੀ ਹੋਲਡਿੰਗ ਪਾਵਰ ਸਟਰੋਂਗ ਹੋਣੀ ਚਾਹੀਦੀ ਆ, ਸਾਨੂੰ 90% ਸਾਨੂੰ ਆਨਸਰ ਉਹਨਾਂ ਦੇ ਦਿੱਤਾ ਵਾ, ਪਰ ਜਿਹੜਾ 10% ਉਹ ਸਾਨੂੰ ਐਕੂਰੇਸੀ ਹੋਣੀ ਚਾਹੀਦੀ ਹੈ ਕਿ ਇਹਦਾ ਆਨਸਰ D ਆ ਕਿ A ਆ, ਕਿਹੜਾ ਆਨਸਰ ਆ। ਤੇ ਮਾੜਾ ਹੈਡਿੰਗ ਤੇ ਚਰਚਾ ਕਰੋਗੇ ਵੀ ਸੇਮ ਸਟੱਡੀ ਯੂਜ਼ ਕੀਤੀ, ਪਹਿਲਾਂ ਟੌਪਿਕ ਸੈਂਟੈਂਸ, ਜੇ ਉਹ ਫੇਲ ਹੋ ਗਿਆ ਤਾਂ ਫਿਰ ਯਾਨੀ ਕਿ ਸਾਰਾ ਤਾਂ ਨਹੀਂ ਪੜਿਆ ਇੱਕ ਵਾਰੀ 'ਚ ਪੈਸਿਵ ਸਰ? ਨਾ ਸਰ, ਉਹ ਮੇਰੇ ਖਿਆਲ ਨਾਲ ਹੈਡਿੰਗਸ ਵੀ ਸਰ 5 ਜਾਂ 10 ਇੰਨਾ ਹੀ ਆਈਆਂ ਸੀ। ਤੇ ਉਹਦੇ ਵਿੱਚ ਸਰ ਮੈਂ ਇਹੀ ਜਿੱਦਾਂ ਤੁਸੀਂ ਕਹਿ ਨਾ ਉਦੋਂ ਹੀ ਫੋਲੋ ਕੀਤਾ ਕਿ ਮਤਲਬ ਕਿ ਜਿੱਦਾਂ ਕੋਈ ਸਾਨੂੰ ਤਾਂ ਇਹ ਦੇਖੋ ਕਿ ਤੁਹਾਨੂੰ ਸਟੇਟਮੈਂਟ 'ਚ ਕੀ ਦਿੱਤਾ ਹੋਇਆ ਉਹਨਾਂ ਨੇ, ਤੁਹਾਨੂੰ ਸਮਝ ਆ ਰਿਹਾ ਤਾਰਾ ਫੁੱਲ ਪੈਸੇ, ਤੁਹਾਨੂੰ ਨਹੀਂ ਸਮਝ ਆ ਰਿਹਾ ਫਿਰ ਉਸ ਹਿਸਾਬ ਨਾਲ ਦੇਖੋ, ਫਿਰ ਟੌਪਿਕ ਸੈਂਟੈਂਸ ਪੜ੍ਹੋ, ਫਸਟ ਲਾਈਨ ਪੜ੍ਹੋ, ਸੈਕਿੰਡ ਲਾਈਨ ਪੜ੍ਹੋ, ਉਸ ਹਿਸਾਬ ਨਾਲ ਸਰ, ਉਸ ਹਿਸਾਬ ਨਾਲ ਕਰੋ ਕਿ ਤੁਹਾਨੂੰ ਓਵਰਆਲ ਇੱਕ ਤਾਂ ਸਰ ਪੈਰੇ ਨੂੰ ਪਹਿਲਾਂ ਪੜ੍ਹ ਕੇ ਅੰਡਰਸਟੈਂਡਿੰਗ ਹੋ ਜਾਂਦੀ ਕਈ ਵਾਰੀ। ਤੇ ਮੈਪ ਰੀਡਿੰਗ ਨੇ ਹੈਲਪ ਕੀਤੀ ਸੀਗੀ ਵੀ ਤੁਸੀਂ ਜਿਵੇਂ ਟਰੂ ਫਾਲਸ ਕਰੀ ਜਾਂਦੇ ਹੋ, ਬਲੈਂਕਸ ਦਾ ਨਾਲ ਤੁਸੀਂ ਉੱਤੇ ਮਾਰਕ ਕਰਦੇ ਵੀ ਹਾਂ ਮੇਰੀ ਆ ਬਲੈਂਕਸ 'ਚ ਵੀ ਮੈਪ ਰੀਡਿੰਗ ਜਿਵੇਂ ਆਪਾਂ ਵੀ ਇੰਨਿਆਂ ਦੇ ਵਿੱਚ ਇਹਨਾਂ ਨੇ ਟਰੂ ਫਾਲਸ ਪਾਤੇ, ਹੁਣ ਨੀਚੇ ਹੋ ਸਕਦਾ ਬਾਕੀ ਕੁਐਸਚਨ ਦੀ ਗੱਲ ਕੀਤੀ ਹੋਵੇ। ਹਾਂਜੀ ਬਿਲਕੁਲ ਸਰ। ਮੈਪ ਰਾਈਟਿੰਗ ਤਾਂ ਸਰ ਕੀ ਕਹਿੰਦੇ ਆ ਸਟਰੈਂਥ ਹੀ ਆਪਣੀ ਸਰ, ਉਹ ਤੇ ਮੈਂ ਹਮੇਸ਼ਾ ਯਾਦ ਰੱਖੀ ਸੀ, ਕਿਉਂਕਿ ਸਰ ਉਹਨਾਂ ਨੇ ਜਿੱਦਾਂ ਹੁਣ ਤੁਹਾਨੂੰ ਮੰਨ ਲਓ ਸਰ 5 ਪੈਰਾਗ੍ਰਾਫ ਦਿੱਤੇ ਆ ਸਰ, ਉਹਨਾਂ ਨੇ ਪਹਿਲੇ 3 'ਚ ਸਾਨੂੰ ਟਰੂ ਫਾਲਸ ਜਾਂ ਹੋਰ ਕੋ ਦੇਤਾ ਸਰ, ਨੈਕਸਟ ਜਿਹੜੇ ਲਾਸਟ ਵਾਲੇ 2 ਹੁੰਦੇ ਨਾ ਪੈਰਾਗ੍ਰਾਫ ਸਰ, ਉਹਨਾਂ ਵਿੱਚ ਵੀ ਉਹਨਾਂ ਨੇ ਕੁਛ ਨਾ ਕੁਛ ਸਾਨੂੰ ਮਟੀਰੀਅਲ ਦਿੱਤਾ ਹੁੰਦਾ, ਸਾਡੇ ਆਨਸਰ ਜ਼ਰੂਰ ਪਏ ਹੁੰਦੇ ਆ। ਓਕੇ ਠੀਕ ਹੈ ਜੀ, ਸਮਝ ਗਿਆ ਮੈਂ ਤੁਹਾਨੂੰ। ਕੁੱਲ ਮਿਲਾ ਕੇ ਸਾਰੀਆਂ ਸਟ੍ਰੈਟਜੀਸ ਮਾਈਂਡ ਦੇ ਵਿੱਚ ਰੱਖਣੀਆਂ ਵੀ ਕੱਲਾ ਵੈਸੇ ਰੀਡਿੰਗ ਕਰਨ ਦਾ ਕੋਈ ਫਾਇਦਾ ਨਹੀਂ, 1 ਘੰਟੇ ਵਿੱਚ ਕਰੀ ਚੱਲੋ। ਮੇਨ ਚੀਜ਼ ਹੈ ਕਿ ਤੁਸੀਂ ਫਾਸਟਰ ਹੋ, ਤੁਸੀਂ ਸਮਾਰਟ ਵਰਕ ਕਰਦੇ ਹੋ, ਤੁਹਾਡੀ ਹੋਲਡਿੰਗ ਪਾਵਰ ਤੇਜ਼ ਆ ਤੇ ਤੁਸੀਂ ਉੱਥੇ ਪੈਨਿਕ ਨਹੀਂ ਹੁੰਦੇ ਬਸ। ਸਮਝ ਗਏ ਨਾ? ਬਿਲਕੁਲ ਸਰ, ਹੋਲਡਿੰਗ ਪਾਵਰ ਸਰ ਬਹੁਤ ਹੁੰਦੀ ਆ ਕਿ ਸਰ ਸਭ ਤੋਂ ਪਹਿਲਾਂ ਮੈਂ ਇਹ ਕਹੂੰਗਾ ਕਿ ਰਿਲੈਕਸ ਹੋਣਾ ਚਾਹੀਦਾ ਬੰਦਾ ਸਰ, ਟੈਨਸ਼ਨ 1% ਟੈਨਸ਼ਨ ਨਹੀਂ ਲੈਣੀ ਚਾਹੀਦੀ ਸਰ।
ਬਿਲਕੁਲ ਸਰ ਮੈਨੂੰ ਸਹੀ ਇਦਾਂ ਗੱਲ। ਹੋਇਆ ਸੀ ਸਰ, ਪਹਿਲਾਂ ਤੇ ਤੁਹਾਨੂੰ ਦੱਸਿਆ ਨਾ ਫੋਨ ਆ ਗਿਆ ਥੋੜਾ ਜਿਹਾ, ਤੇ ਸੈਕੰਡਲੀ ਸਰ ਮੈਨੂੰ ਥੋੜਾ ਦੇਖਿਆ ਕਿ ਯਾਰ ਕੋਈ ਵੀ ਇੱਕ ਵੀ ਸਰ ਜਿਹੜਾ ਪੈਸੇ ਸੀ ਨਾ ਉਹ ਮੇਰੇ ਫੈਮਿਲੀਅਰ ਨਹੀਂ ਹੈਗਾ ਸੀ, ਪਹਿਲਾਂ ਮੈਂ ਕੋਈ ਕੁਛ ਨਹੀਂ ਕੀਤਾ ਸੀ। ਸਮਝ ਗਿਆ ਮੈਂ ਤੁਹਾਡੀ ਗੱਲ, ਸਮਝ ਗਿਆ। ਠੀਕ ਹੈ ਜੀ, ਜਾਣੀ ਸਿਰਫ ਕਿ ਮੈਂ ਜਿਹੜੀ ਤੈਨੂੰ ਹੀ ਸਟੈਟਿਸ, ਆਪਾਂ ਹਾਂਜੀ ਪਹਿਲਾਂ ਹਾਂਜੀ ਪੜ੍ਹੇ ਨਹੀਂ ਸੀ ਕਦੇ ਮੇਰੇ। ਇੱਕ ਹਾਂਜੀ ਤਾਂ ਨਹੀਂ ਹੁੰਦਾ ਵਾ ਨਾ ਵੀ এনवायरमेंट ਤੇ ਆਪਾਂ ਨੂੰ ਇੱਕ ਪੋਜ਼ਿਟਿਵਿਟੀ ਮਿਲਦੀ ਵੀ ਚਲੋ ਆ ਤਾਂ ਮੈਂ ਲਾਈਫ ਦੇ ਵਿੱਚ ਗੋ ਥਰੂ ਹੋਇਆ ਹੀ ਹੈ ਇਹ ਚੀਜ਼ ਦੇ, ਬਹੁਤ ਫਰਕ ਪੈਂਦਾ ਇਹ ਚੀਜ਼ ਨਾਲ। ਸਰ ਸਹੀ ਹੈ ਨਾ? ਸਾਈਕੋਲੋਜੀ ਬਹੁਤ ਮੈਟਰ ਕਰਦੀ ਸਰ, ਅਸੀਂ ਕਿੱਦਾਂ ਉੱਤੇ ਪਰਫਾਰਮ ਕਰਦੇ ਹਾਂ ਸਰ, ਕਿਉਂਕਿ ਸਰ ਉਹਨਾਂ ਨੇ ਸਾਰਾ ਸਿਨੈਰੀਓ ਹੀ ਚੇਂਜ ਕਰਤਾ ਸਰ। ਮੈਨੂੰ ਤੇ ਮੈਂ ਬਹੁਤ ਹੈਰਾਨ ਹੋਇਆ ਸਰ, ਜਿਹੜਾ ਉਹਨਾਂ ਨੇ ਫੌਂਟ ਚੇਂਜ ਕੀਤੇ ਨਾ ਸਰ, ਉਹ ਥੋੜਾ ਜਿਹਾ ਮੈਨੂੰ ਧੱਕਾ ਲੱਗਾ, ਪਰ ਸਰ ਮੈਂ ਉਹ ਸੰਭਲ ਗਿਆ ਉਦੋਂ। ਬਿਲਕੁਲ ਸਰ ਇਹ ਚੀਜ਼ ਕਿਉਂਕਿ ਮੈਟਰ। ਸਾਨੂੰ ਨਾ ਜਿੱਦਾਂ ਤੁਸੀਂ ਦੱਸਿਆ ਸੀ ਕਿ ਜਿੱਦਾਂ ਤੁਹਾਨੂੰ ਕੀਵਰਡ ਮੈਚ ਕਰ ਲੈਣ, ਜਿੱਦਾਂ ਕੋਈ ਈਅਰ ਆ ਗਿਆ ਕਿਸੇ ਦਾ, ਕਾਮਨ ਨੇਮ ਆ ਗਿਆ ਕਿਸੇ ਦਾ ਨਾ, ਪ੍ਰੋਪਰ ਨਾਉਨ ਆ ਗਿਆ ਕਿਸੇ ਦਾ, ਹਾਂ ਬਿਲਕੁਲ। ਪ੍ਰੋਪਰ ਨਾਉਨ ਆ ਗਿਆ ਕਿਸੇ ਦਾ, ਉਹ ਸਰ ਸਾਨੂੰ ਉਹ ਦੇਖਦੇ ਨਹੀਂ ਹੈਗੇ ਸੀ ਪ੍ਰੋਪਰ, ਉਹਨੂੰ ਪਹਿਲਾਂ ਉਹ ਲੱਭਣੇ ਪੈਂਦੇ ਸੀ, ਫਿਰ ਉਹਨੂੰ ਮਾਰਕ ਕਰਨਾ ਪੈਂਦਾ ਸੀ ਕਿ ਹਾਂ ਇਹ ਸਾਡੀ ਉਹ ਲੋਕੇਸ਼ਨ ਤਾਂ ਹੈ। ਹੋਇਆ ਕਿਉਂਕਿ ਫੌਂਟ ਦਾ ਸਟਾਈਲ ਚੇਂਜ ਹੋਣ ਕਰਕੇ ਨਾ। ਹਾਂਜੀ ਬਿਲਕੁਲ ਬਿਲਕੁਲ। ਸਮਝ ਗਿਆ ਮੈਂ ਤੁਹਾਡੀ ਗੱਲ, ਸਮਝ ਗਿਆ ਜੀ, ਸਮਝ ਗਿਆ। ਤਾਂ ਬਾਕੀ ਸਟੂਡੈਂਟਸ ਨੂੰ ਕਲੀਅਰ ਹੈ ਜੀ, ਜਿਹੜੀ ਮੇਨ ਚੀਜ਼ ਉਹਨੇ ਧਿਆਨ ਦੇ ਵਿੱਚ ਰੱਖੀ ਰੀਡਿੰਗ ਨੂੰ ਕਰਦੇ ਹੋਏ, ਇਹ ਬਹੁਤ ਜ਼ਿਆਦਾ ਚੀਜ਼ ਮਾਇਨੇ ਰੱਖਦੀ ਆ ਵੀ ਤੁਸੀਂ ਉੱਥੇ, ਯਾਨੀ ਕਿ ਅਕੋਰਡਿੰਗ ਟੂ ਸਾਈਕੋਲੋਜੀ ਚੱਲੀਏ ਆਪਾਂ, ਜੇ ਤੁਸੀਂ ਪੈਨਿਕ ਹੋ ਜਾਂ ਤੁਸੀਂ ਉੱਤੇ ਘਬਰਾਏ ਹੋਏ ਹੋ, ਸਮਝ ਗਏ ਜੀ, ਆਪਣੀ ਤੇ ਘਰੇ ਵੀ ਜਦੋਂ ਪ੍ਰੈਕਟਿਸ ਕਰਦੇ ਹੋ ਤਾਂ ਜ਼ਰੂਰੀ ਨਹੀਂ ਵੀ ਫੁੱਲ ਰੀਡਿੰਗ ਇੱਕ ਦਿਨ ਚ ਕਰਨੀ ਹੈ। ਮੇਨ ਚੀਜ਼ ਆ ਕਿ ਤੁਸੀਂ ਆਪਣੀ ਰੀਡਿੰਗ ਸਕਿੱਲ ਤੇ ਕੰਮ ਕਰੋ। ਜੇ ਆਪਾਂ ਸਿੱਟਾ ਕੱਢੀਏ ਤਾਂ ਕਰਨ ਨੇ ਰੀਡਿੰਗ ਸਕਿੱਲ ਤੇ ਕੰਮ ਕੀਤਾ। ਕਿਵੇਂ? ਉਹ ਥੋੜਾ ਜਿਹਾ ਫਾਸਟਰ ਪੜ੍ਹਨ ਲੱਗਾ, ਉਹਨੇ ਆਪਣੀ ਹੋਲਡਿੰਗ ਪਾਵਰ ਯਾਨੀ ਕਿ ਆਪਣੇ ਮਾਈਂਡ ਵਿੱਚ ਇਨਫੋਰਮੇਸ਼ਨ ਨੂੰ ਰੱਖਣਾ ਸਟਾਰਟ ਕੀਤਾ। ਨਾਲ ਦੀ ਨਾਲ ਉਹਨੇ ਸਾਰੀਆਂ ਚੀਜ਼ਾਂ ਦੀਆਂ ਜਿਹੜੀਆਂ ਆਪਣੀਆਂ ਸਟ੍ਰੈਟਜੀਸ ਹੁੰਦੀਆਂ ਦੀ ਹੈਡਿੰਗ ਨੂੰ ਕਿਵੇਂ ਲੱਭਣਾ, ਟਰੂ ਫਾਲਸ ਦੀ ਕੀ ਅਪਰੋਚ ਹੋਣੀ ਚਾਹੀਦੀ ਆ, ਇਹ ਚੀਜ਼ਾਂ ਉਹਨੇ ਆਪਣੀਆਂ ਨਿੱਕੀਆਂ ਆਪਣੇ ਮਾਈਂਡ 'ਚ ਸੇਵ ਰੱਖੀਆਂ। ਤੇ ਸਭ ਤੋਂ ਵੱਡੀ ਗੱਲ ਉਹਦੇ ਮਾਈਂਡ 'ਚ ਇੱਕ ਚੀਜ਼ ਸੀ ਵੀ ਇਹ ਜਿਹੜਾ ਘੰਟਾ ਵਾ ਮੇਰੀ ਲਾਈਫ ਦਾ, ਤੇ ਇਹ ਤੋਂ ਡਿਸਾਈਡ ਹੋ ਜਾਣਾ ਵੀ ਮੈਂ ਇੱਥੇ ਦੂਜੀ ਵਾਰੀ ਮੁੜ ਕੇ ਆਊਂਗਾ ਲਾਈਫ 'ਚ ਬਾਅਦ ਚੋਂ ਕਿ ਨਹੀਂ ਆਊਂਗਾ। ਜੇ ਤੁਸੀਂ ਪੈਨਿਕ ਹੋਏ ਬੈਠੇ ਹੋ ਤਾਂ ਸਮਝ ਲਓ ਸੰਭਾਵਨਾ ਵੱਧ ਜਾਂਦੀ ਆ ਫਿਰ ਉਹ ਹਾਲ ਦੇ ਵਿੱਚ ਜਾਣ ਦੀ। ਜੇ ਤੁਸੀਂ ਸੋਚ ਲੈਂਦੇ ਹੋ ਵੀ ਨਹੀਂ ਅੱਜ ਹੀ ਮੈਂ ਬਸ ਇਹਦਾ ਪੂਰਾ ਆਪਦਾ ਸਮਾਰਟ ਵਰਕ ਕਰਕੇ ਜਾਣਾ, ਇੱਥੇ ਪੂਰਾ ਜਿੰਨੀ ਵੀ એનર્ਜੀ ਆ ਮੇਰੀ ਮੈਂ ਯੂਟੀਲਾਈਜ਼ ਕਰਨੀ ਆ ਸਹੀ ਤਰੀਕੇ ਨਾਲ, ਫਿਰ ਤੁਸੀਂ ਉਹ ਹਾਲ ਤੇ ਜਮਾ ਨਹੀਂ ਜਾਂਦੇ ਬਾਅਦ ਚੋਂ ਛੇਤੀ ਮੁੜ ਕੇ ਜਾਂਦੇ ਨਹੀਂ ਛੇਤੀ। ਕਿਉਂ? ਬਾਹਰ ਭਾਵੇਂ ਬਾਅਦ ਚੋਂ ਜਾਵੋ, ਜਦੋਂ PR ਲੈਣੀ ਹੋਈ ਇੱਕ ਵਾਰੀ ਫਿਰ ਦੇਣਾ ਪਊ ਐਗਜ਼ਾਮ, ਪਰ ਇੰਡੀਆ ਦੇ ਵਿੱਚ ਨਹੀਂ ਬਾਅਦ ਚੋਂ ਕਦੇ ਜਾਂਦੇ। ਸਹੀ ਹੈ ਨਾ ਕਰਨ? ਸਹੀ ਕਿਹਾ ਮੈਂ? ਸਰ ਬਿਲਕੁਲ ਬਿਲਕੁਲ ਸਹੀ ਕਿਹਾ ਸਰ, ਤੁਸੀਂ ਬਿਲਕੁਲ ਸਹੀ ਕਿਹਾ। ਬਸ ਇਹ ਹੈ ਕਿ ਬਸ ਟੈਨਸ਼ਨ ਨਹੀਂ ਕਿਸੇ ਗੱਲ ਦੀ ਲੈਣੀ ਸਰ। ਕਈਆਂ ਨੂੰ ਕਈ ਵਾਰੀ ਸਰ ਬੱਚੇ ਇਹ ਸੋਚਦੇ ਆ ਕਿ ਸਾਡੇ ਮੇਰੇ ਗ੍ਰਾਮਰ ਨਹੀਂ ਸਹੀ, ਮੇਰੀ ਯੋ ਨਹੀਂ ਸਹੀ ਹੈ ਨਾ ਜੀ, ਕਈ ਫੋਰ ਐਗਜ਼ਾਮਪਲ ਕਈ ਕਹਿੰਦੇ ਆ ਕਿ ਮੇਰੇ ਟਰੂ ਫਾਲਸ ਸਹੀ। ਸਰ ਆਪਾਂ ਨੈਗੇਟਿਵ ਚੀਜ਼ਾਂ ਵੱਲ ਜ਼ਿਆਦਾ ਫੋਕਸ ਕਰਦੇ ਹਾਂ, ਕਿਉਂਕਿ ਸਰ ਆਪਾਂ ਆਪਣੇ ਬ੍ਰੇਨ ਨੂੰ ਕੀ ਕਹਿ ਰਹੇ ਹਾਂ ਕਿ ਨੈਗੇਟਿਵਿਟੀ। ਠੀਕ ਹੈ ਸਰ, ਆਪਾਂ ਇਹ ਕਹਿਣਾ ਸਰ ਅਸੀਂ ਇਹ ਨਹੀਂ ਦੇਖਦੇ ਕਿ ਜਿਹੜੀ ਸਾਡੀਆਂ 4 ਚੀਜ਼ਾਂ ਪੋਜ਼ਿਟਿਵ ਆ ਉਹਦੇ ਵੱਲ ਆਪਾਂ ਫੋਕਸ ਕਰੀਏ, ਨਾ ਕਿ ਜਿਹੜੀ ਇੱਕ ਚੀਜ਼ ਸਾਡੀ ਨੈਗੇਟਿਵ ਆ ਉਹ ਕਰੀਏ। ਕਿਉਂਕਿ ਸਰ ਹੁਣ ਜਿੱਦਾਂ ਟੈਸਟ ਦੇਣ ਵਾਲੇ ਆਪਾਂ ਨੈਗੇਟਿਵ ਨਹੀਂ ਹੋਣਾ। ਹਾਂ ਬਿਲਕੁਲ ਜੀ, ਪੋਜ਼ਿਟਿਵ ਥਿੰਕਿੰਗ ਦਾ ਬਹੁਤ ਵੱਡਾ ਰੋਲ ਹੈ। ਪੋਜ਼ਿਟਿਵ ਥਿੰਕਿੰਗ ਹਾਂਜੀ ਬਹੁਤ ਜ਼ਿਆਦਾ ਰੋਲ ਕਿਉਂਕਿ ਕਰਦਾ। ਰਾਈਟਿੰਗ ਦੇ ਵਿੱਚੋਂ ਵੀ 7 ਬੈਂਡ ਲੈ ਕੇ ਜਾਣਾ ਕੋਈ ਮਾਮੂਲੀ ਕੰਮ ਨਹੀਂ ਗੱਲ ਹੁੰਦੀ ਗੀ। ਰਾਈਟਿੰਗ ਦੇ ਸਰ ਵਿੱਚੋਂ ਵੀ ਰਾਈਟਿੰਗ ਮੈਂ ਸੱਚੀ ਗੱਲ ਦੱਸਾਂ ਨਾ ਸਰ, ਮੈਂ ਝੂਠ ਨਹੀਂ ਬੋਲੂੰਗਾ, ਰਾਈਟਿੰਗ ਦਾ ਸਰ ਟਾਸਕ ਆਇਆ ਸੀ ਮਿਊਜ਼ਿਕ ਵਾਲਾ। ਓਕੇ ਤੇ ਉਹ ਸਰ ਇੱਕ ਲਾਈਨ ਦਾ ਆਨਸਰ, ਇੱਕ ਲਾਈਨ ਦਾ ਸਿਰਫ ਸਟੇਟਮੈਂਟ ਸੀ ਸਰ, ਹੈ ਟ੍ਰਿਕੀ ਸੀ ਸਰ। ਤੇ ਮੈਂ ਕਿਹਾ ਆਪਣੇ ਬਾਕੀ ਮੈਨੂੰ ਜਿੱਦਾਂ ਤੁਸੀਂ ਕਿਹਾ ਸੀ ਕਿ ਜਿੱਦਾਂ ਨਾ ਆਪਣੀ ਡੀਪ ਐਨਾਲਾਈਜ਼ ਕਰਨਾ ਆਪਾਂ, ਤੇ ਮੈਂ ਸਰ ਮੈਂ ਜੋ ਮੇਰੇ ਦਿਮਾਗ 'ਚ ਉਸ ਵੇਲੇ ਆਇਆ ਨਾ ਸਰ ਮੈਂ ਲਿਖ ਕੇ ਆਇਆ। ਮੈਂ ਸਰ ਡੀਪ ਨਹੀਂ ਜ਼ਿਆਦਾ ਕੀਤੀ ਬ੍ਰੇਨਸਟੋਰਮਿੰਗ, ਮੈਂ ਹਾਂ ਕੀਤੀ ਹੈ ਕਿ ਆਹ ਪੁਆਇੰਟ ਮੈਂ ਲਿਖ ਦਾਂਗਾ, ਪਰ ਮੈਂ ਸਰ ਜ਼ਿਆਦਾ ਨਹੀਂ ਸੋਚਿਆ ਕਿ ਉਹ ਕੀ ਹੋਇਆ ਨਾ। ਸਿਰ ਮੈਂ ਇਹ ਕੀਤਾ ਕਿ ਅਟੈਂਪਟ ਕਰਕੇ ਆਇਆ। ਬਾਕੀ ਸਰ ਆਪਣੀ ਗ੍ਰਾਮਰ ਮੇਰੀ ਵਧੀਆ ਸੀ, ਸਭ ਕੁਝ ਵਧੀਆ ਸੀ ਆਪਾਂ ਹਨਾ। ਬਿਲਕੁਲ ਤੇ ਪੁਆਇੰਟ ਚਲੋ ਆਪਣੇ ਵੀਕ ਹੋ ਸਕਦੇ ਆ, ਤੇ ਬਟ ਗ੍ਰਾਮਰ ਵਧੀਆ ਸੀ ਆਪਣੀ। ਮੈਂ ਕੰਪਲੈਕਸ ਸਟੈਂਸ ਯੂਜ਼ ਕੀਤੇ, ਕੰਪਾਊਂਡ ਕੀਤੇ, ਆਪਣੀ ਪੰਚੁਏਸ਼ਨ ਤੁਸੀਂ ਲਿਖਦੇ ਕੀਤਾ। ਹੋਏ ਕਰਨ ਨੇ ਧਿਆਨ ਰੱਖਿਆ ਵੀ ਮੈਂ ਕਿਹੜੇ ਯਾਨੀ ਕਿ ਵੈਰਾਈਟੀ ਮੈਂ ਕਿਹੜੀ ਸ਼ੋਅ ਕਰਤੀ ਆ ਜਾਂ ਮੈਂ ਕਿਹੜੀ ਹੁਣ ਕਰਨੀ ਆ BP2 'ਚ, ਇਦਾਂ ਦੀਆਂ ਚੀਜ਼ਾਂ? ਨਹੀਂ ਸਰ ਮੈਨੂੰ ਨਹੀਂ ਲੱਗਦਾ ਮੈਂ ਧਿਆਨ 'ਚ ਰੱਖੀ ਹੋਊਗੀ, ਬਟ ਸਰ ਇੱਕ ਸਾਡੀ ਜਦੋਂ ਹੈਬਿਟ ਬਣ ਜਾਂਦੀ ਹੈ ਨਾ ਸਰ, ਸਾਨੂੰ ਆਟੋਮੈਟਿਕਲੀ ਪਤਾ ਲੱਗ ਜਾਂਦਾ ਵਾ ਕਿ ਅਸੀਂ ਇੰਟਰੋਡਕਸ਼ਨ 'ਚ ਮੈਂ ਵਾਰੀ ਆਹ ਵਾਲੀ ਚੀਜ਼ ਤਾਂ ਨਹੀਂ ਸਾਰੀ ਬਣਾਈ ਜਾਂਦਾ ਵੀ ਇੱਕ ਹੀ ਤਾਂ ਨਹੀਂ ਚੱਲੀ ਜਾਂਦੀ ਮੇਰੀ ਉਹ ਵਾਲੀ। ਨਹੀਂ ਉਹ ਚੀਜ਼ ਨਹੀਂ ਮੇਰੇ ਦਿਮਾਗ 'ਚ ਆਈ। ਮੈਂ ਇਹ ਹੈ ਕਿ ਮੈਂ ਸਿੰਪਲ ਸੈਂਟੈਂਸ ਵੀ ਯੂਜ਼ ਕੀਤਾ ਸਰ, ਕੰਪਾਊਂਡ ਵੀ ਕੀਤਾ, ਤੇ ਸਰ ਮੈਂ ਕੰਪਲੈਕਸ ਕੀਤੇ। ਇੱਕ ਜਿਹੜੀ ਸਭ ਤੋਂ ਵੱਡੀ ਗੱਲ ਕਰਨਾ ਵੀ ਤੁਹਾਨੂੰ ਟਾਈਪਸ ਪੂਰੀਆਂ ਕਲੀਅਰ ਹੁੰਦੀਆਂ ਸੀ ਵੀ ਇਹਨੂੰ ਆਪਾਂ ਕੰਪਾਊਂਡ ਕਹਿ ਦਿੰਦੇ ਆ, ਇਹਨੂੰ ਆਪਾਂ ਕੰਪਲੈਕਸ ਕਹਿੰਦੇ ਆ, ਤੇ ਪੰਕਚੁਏਸ਼ਨ ਇਹਨਾਂ ਦੇ ਇੱਥੇ ਹੁੰਦੀ ਇੱਥੇ ਨਹੀਂ ਹੁੰਦੀ।
ਹਾਂਜੀ ਸਰ, ਤੁਸੀਂ ਸੈਸ਼ਨ ਵੀ ਆਪਣਾ ਲਏ ਸੀ ਆਪਣੇ ਇਹਦੇ ਰਿਗਾਰਡਿੰਗ ਕਿ ਜੀ ਹਾਊ ਯਾਰ ਐਵਰ ਦੇ ਆਪਾਂ ਤੇ ਹਾਊ ਐਵਰ ਦੇ ਆਪਾਂ ਸਾਡੇ 3 ਤਿੰਨ ਯੂਜ਼ ਹੁੰਦੇ ਆ ਸਬਜੈਕਟ ਹੁੰਦੇ ਹਾਂ ਹਨਾ, ਬਿਲਕੁਲ ਤੇ ਉਹ ਮੈਂ ਦਿਮਾਗ 'ਚ ਰੱਖੀਆਂ ਤੇ ਕੁਝ ਚੀਜ਼ਾਂ ਮੇਰੇ ਦਿਮਾਗ 'ਚ ਆਈਆਂ ਸੀ, ਮੈਂ ਕਨਫਿਊਜ਼ ਸੀ ਪਰ ਮੈਂ ਉਹ ਇੰਪਲੀਮੈਂਟ ਨਹੀਂ ਕੀਤੀਆਂ, ਮੈਂ ਰਿਸਕ ਨਹੀਂ ਲਿਆ ਉਹਦਾ। ਬਿਲਕੁਲ ਆ ਸਭ ਤੋਂ ਹਨਾ ਵੱਡੀ ਗੱਲ ਕਹੀ ਜੀ ਇਹ ਨਹੀਂ, ਜਿਵੇਂ ਕਈ ਸਟੂਡੈਂਟਸ ਦੇ ਮੈਂ ਨੀਚੇ ਨੋਟ ਪਾਉਣਾ ਹੁੰਨਾ ਵਾ, ਕਮ ਸੇ ਕਮ ਉਹਨਾਂ ਦੇ 4 ਤੋਂ 5 ਐਸੇ ਚੈੱਕ ਕਰਨ ਤੋਂ ਬਾਅਦ ਚ ਮੈਂ ਉਹਨਾਂ ਨੂੰ ਕਈ ਵਾਰੀ ਕਹਿ ਦਿੰਦਾ ਹੁੰਨਾ ਕਿ ਤੁਸੀਂ ਪਲੀਜ਼ ਡਿਸਪਾਈਟ ਦਾ ਯੂਜ਼ ਹੀ ਨਾ ਕਰੋ, ਵੀ ਕਿਉਂਕਿ ਤੁਹਾਨੂੰ 4 ਲਗਾਤਾਰ ਤੁਸੀਂ ਉਹਨੂੰ ਕੋਸ਼ਿਸ਼ ਕੀਤੀ, ਤੁਹਾਨੂੰ ਨਹੀਂ ਆਇਆ। 2 ਰਸਤੇ ਆ, ਜਾਂ ਤਾਂ ਸਿੱਖ ਲਓ, ਸਿੱਖਣਾ ਮਾੜੀ ਗੱਲ ਨਹੀਂ, ਜਾਂ ਤਾਂ ਸਿੱਖੋ, ਪਰ ਜੇ ਤੁਹਾਨੂੰ ਸਿੱਖਣ ਤੇ ਵੀ ਤੁਹਾਡੇ ਬ੍ਰੇਨ ਨੇ ਉਹ ਚੀਜ਼ ਕੈਚ ਹੀ ਨਹੀਂ ਕਰ ਰਿਹਾ, ਤਾਂ ਫਿਰ ਡਿਸਪਾਈਟ ਕਾਹਤੋਂ ਯੂਜ਼ ਕਰਨਾ? ਬਿਨਾਂ ਡਿਸਪਾਈਟ ਲਿਖਿਆ ਵੀ ਤਾਂ 7 ਬੈਂਡ ਲਾ ਹੀ ਸਕਦੇ ਹੋ ਨਾ ਤੁਸੀਂ, ਇਹਦਾ ਦੀ ਕੋਈ ਚੱਕਰ ਨਹੀਂ। ਹੁਣ ਕਿੰਨੀਆਂ ਚੀਜ਼ਾਂ ਕਰਨ ਜਿਹੜੀਆਂ ਤੁਸੀਂ ਰਾਈਟਿੰਗ 'ਚ ਨਹੀਂ ਲੈ ਕੇ ਆਏ ਹੋਣੇ, ਯੈਸ ਔਰ ਨੋ? ਹਾਂ ਬਹੁਤ ਹਾਂਜੀ ਚੀਜ਼ਾਂ ਹਾਂਜੀ ਹੋਣਗੀਆਂ ਸਰ। ਜਿਹੜੀਆਂ ਤੁਸੀਂ ਰਾਈਟਿੰਗ 'ਚ ਨਹੀਂ ਵੀ ਲਾਈਆਂ ਹੋਣੀਆਂ, ਸਮਝ ਗਏ ਨਾ? ਪਰ ਗੱਲ ਆ ਕਿ ਜੇ ਹੁਣ ਮੰਨ ਕੇ ਚਲੋ ਕਰਨ ਲਿਖ ਦਿੰਦਾ, ਮੰਨ ਕੇ ਚਲੋ ਕਰਨ ਨੂੰ ਡਿਸਪਾਈਟ ਦਾ ਯੂਜ਼ ਨਹੀਂ ਕਰਨਾ ਹੁੰਦਾ ਸਹੀ ਤਰੀਕੇ ਨਾਲ, ਜੇ ਉੱਥੇ ਰਿਸਕ ਲੈ ਕੇ ਕਰੇ ਹੁੰਦਾ ਤਾਂ ਹੋ ਸਕਦਾ GRA ਚੋਂ ਬੈਂਡ ਘਟ ਜਾਂਦੇ, ਬਟ ਇਹਨੇ ਡਿਸਪਾਈਟ ਨੂੰ ਛੱਡਤਾ। ਇਹਨੇ ਏਦਾਂ ਸੋਚਿਆ ਕਿ ਨਹੀਂ, ਜੇ ਮੈਨੂੰ ਯੂਜ਼ ਨਹੀਂ ਕਰਨਾ ਹੁੰਦਾ ਤਾਂ ਪੰਗਾ ਕਾਹਤੋਂ ਲੈਣਾ, ਫਿਰ ਮੈਂ ਕੋਈ ਹੋਰ ਵੇ ਨਾਲ ਬਣਾ ਦਿੰਦਾ ਇਹਨੂੰ। ਉਹ ਵੇ ਹੀ, ਉਹ ਜਿਹੜਾ ਆਪਣਾ ਤਰੀਕਾ, ਜਿਹੜੀ ਆਪਣੀ ਇਹ ਸੋਚਣੀ ਹੈ, ਇਹ ਆਪਾਂ ਨੂੰ ਬੈਠ ਜ਼ਿਆਦਾ ਦਿਖਾਉਂਦੀ ਹਮੇਸ਼ਾ, ਕਿਉਂਕਿ ਇਹ ਬਿਲਕੁਲ ਜੋ ਵੀ ਬਿਲਕੁਲ ਲਿਖੀ ਜਾਂਦਾ ਸੀ ਇਹ ਉਹਦੇ ਪ੍ਰਤੀ ਕੌਨਫੀਡੈਂਟ ਸੀਗਾ ਵੀ ਮੈਂ ਜੋ ਲਿਖੀ ਜਾਂਦਾ ਮੈਂ ਸਹੀ ਲਿਖੀ ਜਾਂਦਾ, ਮੇਰੀ ਹਾਂਜੀ ਸਰ, ਪੰਕਚੁਏਸ਼ਨ ਸਹੀ ਆ। ਕਿਉਂਕਿ ਸਰ ਸਾਨੂੰ ਉੱਥੇ ਕੋਈ ਕਰੈਕਟ ਕਰਨ ਵਾਲਾ ਨਹੀਂ ਹੈਗਾ, ਉਹਨੇ ਸਿਰਫ ਸਾਨੂੰ ਬਿਲਕੁਲ ਨੰਬਰ ਦੇ ਦੇਣੇ ਆ, ਉਹਨੇ ਥੱਲੇ ਕੁਝ ਨਹੀਂ ਲਿਖਣਾ ਤੁਹਾਡੇ ਵਾਂਗੂ ਕਿ ਪੰਕਚੁਏਸ਼ਨ ਠੀਕ ਕਰ ਲਓ ਜਾਂ ਕੁਝ ਠੀਕ ਕਰ ਲਓ। ਹਾਂ ਉਹਨੇ ਸਰ ਬਿਲਕੁਲ ਉਹਨੂੰ ਇਹ ਵੀ ਨਹੀਂ ਪਤਾ ਕਿ ਸਾਡਾ ਜਿਹੜਾ ਸੈਂਟੈਂਸ ਆ ਉਹ ਬੱਚੇ ਨੇ ਕਿੰਨੇ ਸਹੀ ਹੈ ਤੇ ਕਿੰਨੇ ਗਲਤ ਆ, ਜੋ ਆਪਾਂ ਬਿਲਕੁਲ ਲਿਖਾਂਗੇ ਉਹਦੇ ਬੇਸ ਤੇ ਹੀ ਉਹਨੇ ਸਾਨੂੰ ਜੱਜ ਕਰਨਾ, ਬਿਲਕੁਲ ਬਿਲਕੁਲ ਹਨਾ। ਤੇ ਬਿਲਕੁਲ ਆਪਾਂ ਕਿਉਂ ਮੌਕੇ ਤੇ ਰਿਸਕ ਲੈਣਾ, ਹਨਾ, ਜੇ ਚੀਜ਼ ਆਪਾਂ ਸ਼ੋਰ ਨਹੀਂ ਹੈਗੇ ਕਿਉਂ? ਆਪਾਂ ਬਿਲਕੁਲ ਉਹੀ ਬਿਲਕੁਲ ਯੂਜ਼ ਕਰੋ। ਜਿੱਥੋਂ ਹੂੰ ਇੰਸਟੈਡ ਤੁਸੀਂ ਯੂਜ਼ ਕਰਨਾ ਹੁੰਦਾ, ਇੰਸਟੈਡ ਪਾਓ, ਡਿਸਪਾਈਟ ਵਾਲਾ ਹਾਂ ਪੰਗਾ ਨਾ ਲਵੋ, ਨਾ ਲਓ ਪੰਗਾ, ਬਿਲਕੁਲ ਠੀਕ ਹੈ। ਜੀ, ਇਹ ਤੇ ਚੀਜ਼ ਇੱਕ ਬਹੁਤ ਟਰਾਈ ਕਰਿਆ ਕਰੋ, ਵੇਰੀਏਸ਼ਨ ਜ਼ਰੂਰ ਲਿਆ ਕਰੋ ਰਾਈਟਿੰਗ ਹਾਂ ਵਿੱਚ। ਬਿਲਕੁਲ ਸਰ ਜੀ। ਦੇਖੋ ਨਾ ਬਾਕੀ ਪੋਇੰਟ ਕਰਨ ਵਿੱਚ ਤੁਹਾਨੂੰ ਪੂਰਾ ਪਤਾ ਸੀ ਕਿ ਰਨ ਔਨ ਸੈਂਟੈਂਸ ਕੀ ਹੁੰਦਾ, ਵੀ ਜ਼ਿਆਦਾ ਸੈਂਟੈਂਸ ਨੂੰ ਮੈਂ ਜਾਣੀ ਕਿ ਵਧਾਉਂਗਾ ਤਾਂ ਉਹ ਖਤਰੇ 'ਚ ਪੈ ਜਾਣਾ ਵਾ, ਰਨ ਔਨ ਹਾਂਜੀ ਸਰ, ਸੈਂਟੈਂਸ ਬਣ ਜਾਣਾ ਵਾ। ਬਿਲਕੁਲ ਸਰ, ਬਿਲਕੁਲ ਇੱਕ ਸਰ ਹਰ ਇੱਕ ਚੀਜ਼ ਦਾ ਦਾਇਰਾ ਹੁੰਦਾ ਇੱਕ ਸਰ, ਬਿਲਕੁਲ ਜੀ, ਕਿਉਂਕਿ ਨੋਟ ਸਰ ਕਰੋ ਇੱਕ ਇਹ ਆਪਾਂ ਚੀਜ਼, ਹੁਣ ਹਰ ਇੱਕ ਚੀਜ਼ ਦੀ ਇੱਕ ਬਾਉਂਡਰੀ ਕਹਿ ਦੋ, ਇੱਕ ਜ਼ੋਨ ਕਹਿ ਦੋ, ਹਰ ਇੱਕ ਚੀਜ਼ ਦੀ। ਹਾਂਜੀ ਸਰ, ਹੁਣ ਆਪਾਂ ਪੰਜਾਬੀ 'ਚ ਵੀ ਗੱਲ ਕਰਦੇ ਹਾਂ, ਆਪਾਂ ਬੋਲੀ ਜਾਵਾਂਗੇ ਸਰ, ਉਹ ਫਿਰ ਗੱਲ ਨਹੀਂ ਨਾ ਬਣਦੀ, ਕਿਉਂਕਿ ਆਪਾਂ ਵੈਰੀ ਸਰ ਗੁੱਡ ਲਿਖ ਰਹੇ ਹਾਂ, ਐਗਜ਼ਾਮੀਨਰ ਬਿਲਕੁਲ ਨੇ ਲਿਖਦੇ ਵਕਤ ਦੇਖਣਾ ਕਿ ਬੱਚਾ ਕਿੱਥੇ ਫੁੱਲ ਸਟਾਪ ਲੈ ਰਿਹਾ ਵਾ। ਬਿਲਕੁਲ, ਕਿਉਂਕਿ ਦੇਖੋ ਆਪਾਂ ਨਾ, ਸਰ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਕਰਨ ਬਈ ਜੇ ਮੈਂ ਨੌਨ ਸਟਾਪ ਪੜ੍ਹੀ ਜਾਊਂਗਾ, ਮੈਨੂੰ ਇੱਕ ਵਾਰੀ ਸਾਹ ਲੈਣ ਲਈ ਵੀ ਤਾਂ ਪੌਜ਼ ਚਾਹੀਦਾ ਵਾ ਨਾ, ਮੈਕਰੋ ਪੌਜ਼। ਬਿਲਕੁਲ ਸਰ, ਉਹ ਚੀਜ਼ ਹੈ ਆਪਾਂ ਕੋਮਾ ਲਾ ਸਕਦੇ ਵਿੱਚ। ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਕਈ ਵਾਰੀ ਸਰ ਇਹ ਵੀ ਮੈਂ ਨੋਟ ਕੀਤਾ ਸੀ, ਜਦੋਂ ਆਪਾਂ ਪ੍ਰੈਕਟਿਸ ਕਰਦੇ ਸੀ ਕਿ ਮਤਲਬ ਕਿ ਆਪਾਂ ਲਿਖੀ ਜਾਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ ਆਪਾਂ ਕਿੱਥੇ ਨਾ ਲਾ ਦਿੰਦੇ, ਕੋਮੇ ਲਾ ਕੇ ਬੱਟ ਲਾ ਕੇ ਆਪਾਂ ਸੈਂਟੈਂਸ ਹਾਂ ਬਣਾ ਦਿੰਦੇ ਹਾਂ, ਉਹ ਗਾਂ ਚੀਜ਼ ਦੀਆਂ ਬਹੁਤ ਵਧਾਈ ਦਿਮਾਗ 'ਚ ਜਾਂਦੀ ਰੱਖਣੀ। ਹਾਂਜੀ ਸਰ, ਸੈਂਟੈਂਸ ਆਪਾਂ 2 ਵਾਰੀ ਬਣਾਉਂਦੇ ਹਾਂ, ਇੱਕ ਵਾਰੀ ਸੈਂਟੈਂਸ ਸਾਡੇ ਦਿਮਾਗ 'ਚ ਬਣਦਾ ਵਾ ਤੇ ਦੂਜੀ ਵਾਰੀ ਸਰ ਆਪਾਂ ਲਿਖਦੇ ਹਾਂ। ਬਿਲਕੁਲ ਜੀ, ਬਹੁਤ ਵਧੀਆ ਗੱਲ ਕਹੀ ਇਹਨਾਂ ਨੇ। ਪਹਿਲੀ ਟਾਈਮ ਜੋ ਸੈਂਟੈਂਸ ਬਣਦਾ ਉਹ ਤੁਹਾਡੇ ਬ੍ਰੇਨ ਦੀ ਰਚਨਾ ਹੁੰਦੀ ਆ, ਉਹਨੂੰ ਰਿਪਰੈਜ਼ੈਂਟ ਕਰਨ ਲਈ ਤੁਸੀਂ ਉਹਨੂੰ ਜਿਹੜਾ ਪੀਸ ਆਫ ਪੇਪਰ ਆ ਉੱਤੇ ਤੁਸੀਂ ਉਹਨੂੰ ਰਿਪਰੈਜ਼ੈਂਟ ਕਰ ਦਿੰਦੇ। ਸਹੀ ਹੈ ਨਾ? ਤੇ ਹਾਂ ਸਰ ਇੱਕ ਮੈਂ ਛੋਟੀ ਜਿਹੀ ਟਿਪ ਦਊਂਗਾ ਕਿ ਸਰ ਜਦੋਂ ਆਪਾਂ ਉੱਥੇ ਲਿਖਦੇ ਹਾਂ ਨਾ ਸਰ, ਉਹ ਪੈਨਸਿਲ ਆਪਣੀ ਯੂਜ਼ ਕਰਿਆ ਕਰੋ, ਠੀਕ ਆ, ਘਰੋਂ ਲੈ ਕੇ ਜਾਇਆ ਕਰੋ ਪੈਨਸਿਲ। ਤੇ ਸੈਕਿੰਡਲੀ ਓਕੇ ਸਰ ਜਿਹੜੀ ਉਹਨਾਂ ਦੀ ਸ਼ੀਟ ਦਿੱਤੀ ਹੁੰਦੀ ਨਾ ਸਰ, ਉਹ ਹਾਂਜੀ ਬਹੁਤ ਹੀ ਕਹਿ ਲਓ ਪਤਾ ਨਹੀਂ ਮਟੀਰੀਅਲ ਹੋਰ ਹੁੰਦਾ ਵਾ, ਇੱਕ ਵਾਰੀ ਜਦੋਂ ਆਪਾਂ ਸਰ ਲਿਖਦੇ ਹਾਂ ਨਾ ਉਹਦੇ ਉੱਤੇ ਸਰ, ਉਹ ਹਾਂਜੀ ਸਲਿੱਪਰੀ ਜਿਹਾ ਸਰਫੇਸ ਹੁੰਦਾ ਉਹਦਾ, ਓਕੇ ਜਦੋਂ ਆਪਾਂ ਠੀਕ ਹੈ ਦੁਬਾਰਾ ਰਬ ਕਰਦੇ ਹਾਂ ਨਾ ਸਰ, ਉਹ ਥੋੜਾ ਠੀਕ ਹੈ ਗੰਦੀ ਜਿਹੀ ਲੱਗਦੀ ਸ਼ੀਟ। ਓਕੇ, ਜਾਨੀ ਕਿ ਨੀਚੋਂ ਫੌਂਟ ਆਪਣੇ ਦਿਖਦੇ ਆ ਥੋੜੇ ਥੋੜੇ। ਹਾਂਜੀ ਬਿਲਕੁਲ ਇੱਕ ਪੇਪਰ ਨਾ ਹੀ ਸਰ ਰੱਦੀ ਉਹ ਜਿਹੀ ਲੱਗਦਾ ਪੇਪਰ ਹੁੰਦਾ ਜੀ, ਉਹ ਪੇਪਰ ਹੀ ਰੱਦੀ ਜਿਹਾ ਹੁੰਦਾ ਜੀ, ਉਦਾਂ ਹੀ ਓਕੇ ਜਿਵੇਂ ਆਪਣਾ ਇਹ ਕਾਪੀ ਵਾਲਾ ਪੇਪਰ ਹੁੰਦਾ ਆਪਣਾ, ਏਦਾਂ ਨਹੀਂ ਹੁੰਦਾ, ਇੰਨਾ ਸਾਫ਼ ਪੇਪਰ ਨਹੀਂ ਹੁੰਦਾ ਜੀ। ਇੰਨਾ ਇਹ ਸਾਫ਼ ਨਹੀਂ, ਕੋਸ਼ਿਸ਼ ਕਰੇ ਵੀ ਕਟਿੰਗ ਤਾਂ ਨਾ ਹੀ ਹੋਵੇ ਉਹ ਪੇਪਰ ਤੇ। ਉਹ ਆਪਾਂ ਕਹਿ ਸਕਦੇ ਹਾਂ ਕਿ ਬਲਕ ਵਿੱਚ ਬਹੁਤ ਜ਼ਿਆਦਾ ਸ਼ੀਟਸ ਹੁੰਦੀਆਂ ਤੇ ਉਹਦੀ ਜਿਹੜੀ ਕੁਆਲਿਟੀ ਥੋੜੀ ਜਿਹੀ ਘਟੀਆ ਰੇਜ਼ਰ ਰੱਖਦੇ ਆ, ਮਾੜੀ। ਦਿੰਦੇ ਨੇ ਨਾ ਰੇਜ਼ਰ ਆਪਣੇ ਵਾਲੀ, ਮੈਂ ਕਈ ਵਾਰ ਉੱਤੇ ਮੈਂ ਇੱਥੋਂ ਵੀ ਮਿਸਟੇਕ ਹੋਈ ਸੀ ਪੇਪਰ 'ਚ ਬੈਠੇ ਤੋਂ ਸਰ, ਚਾਹੀਦੀ ਮੇਰੀ ਰਾਈਟਿੰਗ 'ਚੋਂ ਬੈਂਡ ਆ ਗਈ ਸੀ, ਉਦੋਂ ਰੀਡਿੰਗ 'ਚੋਂ ਘਟ ਗਈ ਸੀ। ਉਹ ਓਕੇ ਚੀਜ਼ ਏਦਾਂ ਹੁੰਦੀ ਆ, ਉਹ ਤੇ ਰੇਜ਼ਰ ਜਦੋਂ ਆਪਾਂ ਮਾਰਦੇ ਆ ਆਪਣੇ ਵਾਲੀ, ਉਹ ਹਾਂਜੀ ਬਲੈਕ ਕਰ ਦਿੰਦੀ ਉਹਨੂੰ ਬਿਲਕੁਲ। ਉਹਨਾਂ ਵਾਲੀ ਰੇਜ਼ਰ ਉਹਨਾਂ ਵਾਲੀ ਵਰਤ ਲਓ, ਉਹਨਾਂ ਨੇ ਉਸ ਹਿਸਾਬ ਨਾਲ ਦਿੱਤੀਆਂ ਹੁੰਦੀਆਂ ਨੇ, ਰੱਖੀਆਂ ਹੁੰਦੀਆਂ ਨੇ। ਓਕੇ ਠੀਕ ਹੈ ਜੀ, ਸਮਝ ਗਿਆ ਮੈਂ ਤੁਹਾਡੀ ਗੱਲ, ਠੀਕ ਹੈ। ਹਾਂਜੀ ਕਰਨ, ਕੀ ਕਹਿ ਰਹੇ ਸੀ ਤੁਸੀਂ ਬੱਚੇ? ਹਾਂਜੀ ਸਰ, ਉਹੀ ਕਹਿ ਰਹੇ ਕਿ ਅਵੋਇਡ ਕਰਿਆ ਕਰੋ ਕਿ ਤੁਸੀਂ ਪਹਿਲਾਂ ਲਿਖਣਾ ਕੀ ਆ, ਓਕੇ ਅਵੋਇਡ ਕਰਿਆ ਕਰੋ ਕਿ ਮਤਲਬ ਕਿ ਤੁਹਾਡੀ ਮਿਸਟੇਕਸ ਨਾ ਹੀ ਹੋਣ ਉਹਦੇ ਵਿੱਚ ਨਾ ਹੀ ਰਾਈਟਿੰਗ। ਹੋਣ, ਬਈ ਜੇ ਆਪਣੇ ਹਾਂਜੀ ਬ੍ਰੇਨ ਦੇ ਵਿੱਚ ਜੋ ਸੈਂਟੈਂਸ ਬਣਾਇਆ ਉਹਨੂੰ ਦੁਬਾਰਾ ਬਾਅਦ ਚੋਂ ਰੀਫਾਰਮ ਨਾ ਕਹੋ, ਜਾਂ ਤਾਂ ਪਹਿਲੀ ਵਾਰੀ ਸਹੀ ਸੋਚਦੇ ਉਹਨੂੰ, ਵੀ ਵਾਰੀ ਕਰਾਉਣ ਦਾ ਕੋਈ ਫਾਇਦਾ ਨਹੀਂ ਉਹਨੂੰ। ਸਹੀ ਹੈ ਨਾ? ਬਿਲਕੁਲ ਇਹ ਪਹਿਲਾਂ ਦੇਖ ਲਓ ਸਰ, ਕਿਉਂਕਿ ਬਹੁਤ ਸਰ ਗੰਦਾ ਲੱਗਦਾ ਹੈ। ਤੇ ਬਾਕੀ ਹਾਂ ਇੱਕ ਸਰ ਇੱਕ ਹੋਰ ਕਿ ਜਦੋਂ ਆਪਾਂ ਲਿਖਦੇ ਹਾਂ ਸਰ, ਇੱਕ ਸਾਈਡ ਦੇ ਕੀ ਆਪਾਂ ਕਹਿ ਸਕਦੇ ਆ, ਉਹਨਾਂ ਨੂੰ ਜਗ੍ਹਾ ਨਹੀਂ ਆਪਾਂ ਛੱਡਣੀ ਪ੍ਰੋਪਰ। ਓਕੇ ਸਾਈਡਾਂ ਦੇ ਸਾਡੇ ਮੈਨੂੰ ਵਰਡ ਨਹੀਂ ਸਰ ਪ੍ਰੋਪਰ ਆ ਰਿਹਾ, ਸਾਈਡਾਂ ਦੇ ਹਾਂਜੀ ਜਦੋਂ ਆਪਾਂ ਲਿਖਦੇ ਹਾਂ ਨਾ, ਜਗ੍ਹਾ ਨਹੀਂ ਛੱਡਣੀ ਚਾਹੀਦੀ ਸਰ, ਉਹ ਥੋੜੀ ਜਿਹੀ ਨਾ ਆਪਣੇ ਸਟਰਕਚਰ ਤੇ ਇਫੈਕਟ ਕਰਦੀ ਹੈ।
ਕਿੱਦਾਂ ਕਹਿ ਰਹੇ ਹੋ, ਥੋੜਾ ਸੌਖਾ ਕਰਕੇ ਸਰ ਸਮਝਾਓ। ਜਿੱਦਾਂ ਆਪਾਂ ਲਾਈਨ ਲਿਖਦੇ ਹਾਂ ਨਾ ਸਰ ਇੱਕ, ਹਾਂਜੀ ਆਪਾਂ ਜਿੱਦਾਂ ਕਈ ਵਾਰੀ ਵਰਡ ਨਹੀਂ ਪ੍ਰੋਪਰ ਹੁੰਦਾ ਸਰ ਪੂਰੀ ਇੱਕ ਲਾਈਨ 'ਚ, ਹਾਂਜੀ ਫਿਰ ਆਪਾਂ ਉਹ ਵਰਡ ਅੱਗੇ ਲਿਖ ਦਿੰਦੇ ਆ। ਅੱਗੇ ਲਿਖ ਦਿੰਦੇ ਆ। ਹਾਂਜੀ ਠੀਕ ਹੈ। ਸਾਈਡ ਤੇ ਸਰ ਜਗ੍ਹਾ ਬਚ ਜਾਂਦੀ ਹੈ, ਲਾਈਨਾਂ ਦੇ ਦੋਨਾਂ ਸਾਈਡ ਤੋਂ ਜਗ੍ਹਾ ਬਚ ਜਾਂਦੀ ਹੈ ਇੱਕ। ਹਾਂ ਬਿਲਕੁਲ। ਹਾਂਜੀ ਸਰ, ਉਹ ਮੈਨੂੰ ਪ੍ਰੋਪਰ ਵਰਡ ਨਹੀਂ ਆ ਰਿਹਾ, ਆਪਾਂ ਕੀ ਕਹਿ ਸਕਦੇ, ਉਹ ਚੀਜ਼ ਸਰ ਅਵੋਇਡ ਕਰੋ ਪਲੀਜ਼। ਬਾਕੀ ਠੀਕ ਆ, ਯਾਨੀ ਕਿ ਤੁਸੀਂ ਕਹਿ ਰਹੇ ਹੋ ਵੀ ਪ੍ਰੋਪਰ ਐਨ ਇੱਕ ਜੋ ਉਹਦੀ ਸਟਰਕਚਰ ਉਹ ਇਦਾਂ ਹੋਵੇ, ਇਦਾਂ ਕਹਿ ਰਹੇ ਹੋ ਜਿੱਦਾਂ ਮੈਂ ਲਾਈਨ ਹਾਂਜੀ ਸਰ, ਪ੍ਰੋਪਰ ਸਿੱਧੀਆਂ ਲਾਈਨਸ ਹੋਣ। ਬਈ ਕਈ ਇੱਕ ਬੱਚੇ ਹੁੰਦੇ ਕੋਈ- ਇਦਾਂ 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 ਇਦਾਂ, ਕੋਈ ਅੱਖਰ ਇੱਥੋਂ ਸ਼ੁਰੂ ਹੋ ਰਿਹਾ, ਕੋਈ ਗਾਂ ਕੋਈ ਵੀ ਇੱਥੋਂ ਕਰਦਾ ਗਾਂ ਹੋਊਗਾ ਨਾ ਜੀ। ਹਾਂਜੀ ਬਿਲਕੁਲ ਆਪਾਂ ਬਿਲਕੁਲ ਜੀ ਸਰ ਵਰਡ ਬਿਲਕੁਲ। ਤੋੜ ਕੇ ਲਿਖਦਾ ਨੇ, ਉਹ ਵੀ ਇਫੈਕਟ ਕਰਦਾ ਹੋਊਗਾ। ਜਿਵੇਂ ਆਪਾਂ ਕਈ ਵਾਰ ਦੇਖਿਆ ਹੋਣਾ, ਵਰਡ ਤੋੜ ਕੇ ਵੀ ਨਹੀਂ ਲਿਖਣਾ, ਅੱਧਾ ਆਪਾਂ ਉੱਧਰ ਲਿਖਿਆ ਇੱਧਰ ਹਾਂ ਅੱਧਾ ਉੱਧਰ ਲਿਖ ਦਿੰਦੇ ਆ। ਹੈਕਰ ਮੈਂ ਪਾ ਕੇ ਤੁਹਾਨੂੰ ਲਿਖਦੇ ਕਰਨ ਇਹ ਸ਼ਾਇਦ ਸ਼ੋ ਹੀ ਕਰਦਾ ਵਾਂ, ਮੈਂ ਤੁਹਾਨੂੰ ਮੇ ਵੀ ਮੇਰੇ ਕੋਲ ਇੱਕ ਸੈਂਪਲ ਪਿਆ ਹੋਵੇ ਕਿਸੇ ਸਟੂਡੈਂਟ ਦਾ, ਸੋ ਉਹ ਚੀਜ਼ ਨੂੰ ਤੁਸੀਂ ਕਹਿ ਰਹੇ ਹੋ ਆਹ ਵਾਲੀ ਚੀਜ਼ ਕਰਨ, ਯੈਸ ਔਰ ਨੋ, ਕਿ ਸਰ ਆਹ ਵਾਲੀ ਚੀਜ਼ ਨਹੀਂ ਹੋਣੀ ਚਾਹੀਦੀ, ਬਈ ਆਹ ਵਾਲੀਆਂ ਚੀਜ਼ਾਂ। ਬਿਲਕੁਲ ਬਿਲਕੁਲ ਸਰ, ਹਾਂਜੀ ਹਾਂਜੀ ਕਹਿ ਰਹੇ ਹੋ ਬਿਲਕੁਲ। ਹਾਂਜੀ ਸਰ, ਇਹ ਚੀਜ਼ ਨਹੀਂ ਹੋਣੀ ਚਾਹੀਦੀ ਸਰ। ਇਹ ਚੀਜ਼ ਸਾਰਿਆਂ ਨੇ ਨੋਟ ਕਰਿਓ ਬੱਚੇ ਜੀ, ਇਹ ਚੀਜ਼ ਕਿ ਇਹ ਚੀਜ਼ ਤੁਸੀਂ ਨਾ ਹੀ ਕਰੋ ਤਾਂ ਬਾਲੀ ਵਧੀਆ ਗੱਲ ਹੈ। ਇਹਦੇ ਨਾਲ ਆਪਣੀ ਜੋ ਰਾਈਟਿੰਗ ਉਹ ਦੇਖਣ ਦੇ ਵਿੱਚ ਹੀ ਆਪਾਂ ਕਹਦੇ ਹੋਰ ਲੱਗਦੀ ਹੈ। ਨਹੀਂ ਕਈ ਹਾਂਜੀ ਸਰ, ਸਟੂਡੈਂਟ ਬਹੁਤ ਜ਼ਿਆਦਾ ਇੱਥੇ ਮੇਰੇ ਕੋਲ ਰਾਈਟਿੰਗ ਹੈਗੀ ਹੈ, ਉਹਨਾਂ ਦੀ ਅੱਜ ਮਾਰਕ ਕਰਕੇ ਹਟਿਆ ਮੈਂ ਰਾਈਟਿੰਗ, ਸੋ ਇਹ ਚੀਜ਼ ਦੇਖਣ ਦੇ ਵਿੱਚ ਵੀ ਨਹੀਂ ਆਪਾਂ ਨੂੰ ਵਧੀਆ ਲੱਗਦੀ। ਸਹੀ ਹੈ ਨਾ। ਹਾਂਜੀ ਬਿਲਕੁਲ ਬਿਲਕੁਲ ਸਰ। ਇੱਕ ਸਰ ਪਹਿਲਾ ਜਿਹਾ ਕੀ ਕਹਿੰਦੇ ਆ, ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਹਾਂਜੀ ਕੀ ਹਾਂਜੀ ਕਹਿ ਰਹੇ ਸਰ, ਹੋ। ਇਹ ਸਰ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ ਸਰ, ਇਹ ਬਿਲਕੁਲ ਬਹੁਤ ਇਫੈਕਟ ਹਾਂ ਕਰਦਾ ਸਰ। ਬਿਲਕੁਲ ਜੀ, ਜਦੋਂ ਆਪਾਂ ਕਿਸੇ ਦੀ ਰਾਈਟਿੰਗ ਨੂੰ ਦੇਖਦੇ ਹਾਂ ਤਾਂ ਜੀ ਉਹ ਦੇਖਦੇ ਹਾਂ ਸਾਰੀ ਪਹਿਲਾਂ ਆਪਣੀਆਂ ਅੱਖਾਂ ਉਹਨੂੰ 2 ਸੈਕਿੰਡ 'ਚ ਹੀ ਪੜ੍ਹ ਲੈਂਦੀਆਂ। ਜਿਹੜੀ ਡੀਪ ਰੀਡਿੰਗ ਕਰਨੀ ਹੁੰਦੀ ਉਹ ਤਾਂ ਆਪਾਂ ਬਾਅਦ ਚੋਂ ਕਰਨੀ ਹੁੰਦੀ, ਅੱਖਾਂ ਆਪਣੀਆਂ ਪਹਿਲੇ 2 ਸੈਕਿੰਡ ਦੇ ਵਿੱਚ ਹੀ ਪੜ੍ਹ ਲੈਂਦੀਆਂ ਕਿਸੇ ਵੀ ਚੀਜ਼ ਨੂੰ। ਸਹੀ ਹੈ ਨਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਸਮਝ ਗਿਆ ਮੈਂ ਤੁਹਾਡੀ ਗੱਲ। ਤੇ ਸਪੀਕਿੰਗ ਦੇ ਬਾਰੇ ਦੱਸ ਦਿਓ ਇੱਧਰ ਨੂੰ ਵੀ, ਸੈਵਨ ਦਾ ਵੀ ਕੀ ਰਾਜ ਹੈ ਇਹਦੇ ਵਿੱਚ ਕਰਾਂ। ਸਰ ਰਾਜ ਇਹੀ ਆ ਕਿ ਸਰ ਉਹੀ ਗੱਲ ਆ ਗਈ ਸਰ, ਡਰਨਾ ਨਹੀਂ ਪਹਿਲੀ ਗੱਲ ਸਰ। ਦੇਖੋ ਹਾਂਜੀ ਬਿਲਕੁਲ ਕਿ ਨੈਗੇਟਿਵ ਥੋਟਸ ਨਹੀਂ ਲਿਆਉਣੇ, ਠੀਕ ਓਕੇ ਹੈ ਸਰ। ਤੇ ਮੈਂ ਜਦ ਮੇਰੀ ਪ੍ਰੈਕਟਿਸ ਵੀ ਮੈਂ ਕੀਤੀ ਸੀ ਆਪਣੀ, ਹੈ ਨਾ, ਸਪੀਕਿੰਗ ਦੀ, ਤੇ ਇੱਕ ਬਿਲਕੁਲ ਡਰ ਵੀ ਹੈਗਾ ਸੀ ਸਰ ਅੰਦਰੋਂ, ਕਿਉਂਕਿ ਸਰ ਆਪਾਂ ਹਾਂਜੀ ਮਿਹਨਤ ਕਰਦੇ ਨਾ ਸਰ, ਤੇ ਇੱਕ ਡਰ ਵੀ ਹੁੰਦਾ ਕਿ ਸਰ ਸਾਡੇ ਬੈਂਡ ਆ ਜਾਊਗੇ ਜਾਂ ਕੁਝ ਵੀ ਹੈਗਾ। ਹਾਂ ਸਰ ਮੈਂ ਹੁਣ ਇਹ ਜਦੋਂ ਮੇਰਾ ਐਗਜ਼ਾਮ ਸੀ ਸਰ, ਮੈਂ ਇਹ ਚੀਜ਼ ਭੁੱਲ ਗਿਆ ਸੀ। ਸਿਰਫ ਮੈਂ ਠੀਕ ਇਹ ਕੰਸੀਡਰ ਕੀਤਾ ਕਿ ਮੈਂ ਆਪਣਾ ਬੈਸਟ ਦੇਣਾ ਸਰ। ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ। ਬਿਲਕੁਲ ਤੇ ਸਰ ਮੈਂ ਕੁਛ ਨਹੀਂ ਕਿਹਾ ਕਿ ਮੇਰਾ ਟਾਰਗੇਟ 7 ਆ ਜਾਂ 8 ਵਾ। ਓਕੇ ਮੈਂ ਠੀਕ ਸਿਰਫ ਹੈ ਜੀ ਇਹ ਕਿ ਮੈਂ ਆਪਣਾ ਬੈਸਟ ਦੇਣਾ ਵਾ। ਤੇ ਸਰ ਜਦੋਂ ਟੈਸਟ ਸੀ ਮੇਰਾ, 2 ਕੁ ਦਿਨ ਪਹਿਲਾਂ ਸਪੀਕਿੰਗ ਸੀ ਮੇਰੀ, ਤੇ ਜਿਵੇਂ ਓਕੇ ਸਰ ਗਿਆ, ਉਹਨਾਂ ਨੇ ਸਰ ਲੇਟ ਬਹੁਤ ਕਰਤਾ ਸਰ। ਮੇਰੇ ਓਕੇ 4:30 ਤੇ ਸਪੀਕਿੰਗ ਸਰ, ਮੇਰੀ 6 ਵਜੇ ਸਪੀਕਿੰਗ ਹੋਈ ਸੀ ਮੇਰੀ, 6 ਵਜੇ 5:30 6 ਸ਼ਾਮ ਵਜੇ। ਨੂੰ ਕਹਿ ਰਹੇ ਹੋ। ਹਾਂਜੀ ਹਾਂਜੀ ਹੁਣ ਬਹੁਤ ਸਰ। ਬੱਚਿਆਂ ਦੀ ਮਿਸਕਨਸੈਪਸ਼ਨ ਹੁੰਦੀ, ਸਰ ਸਾਡੀ ਸ਼ਾਮ ਨੂੰ ਸਪੀਕਿੰਗ ਆ, ਮੈਂ ਸੁਣਿਆ ਉਹ ਧਿਆਨ ਨਾਲ ਸੁਣਦੇ ਹੀ ਨਹੀਂਗੇ। ਦੇਖੋ ਸੁਣਦੇ ਇੰਨੇ ਧਿਆਨ ਨਾਲ ਆ ਕਿ ਉਹ 7 ਵੀ ਦੇ ਸਕਦੇ ਆ। ਐਗਜ਼ਾਮਪਲ ਆ ਸਰ ਤੁਹਾਡੇ ਸਾਹਮਣੇ। ਮੈਂ ਤੁਹਾਨੂੰ ਦੱਸਦਾ ਸਰ, ਉਹ ਮੈਂ ਹੁਣ ਤੁਹਾਨੂੰ ਦੱਸਿਆ ਹਾਸੇ ਵਾਲੀ ਗੱਲ ਹੈ ਸਰ, ਹਾਂਜੀ ਉਹਨੇ ਸਰ ਮੈਨੂੰ ਇਦਾਂ ਸ਼ੋਅ ਕੀਤਾ ਕਿ ਉਹ ਮੇਰੇ 'ਚ ਇੰਟਰਸਟਿਡ ਨਹੀਂ ਹੈਗੀ। ਮਤਲਬ ਕਿ ਸਰ ਓਕੇ ਮੈਨੂੰ ਇੰਨਾ ਸਰ ਇਗਨੋਰ ਕੀਤਾ ਨਾ ਸਰ ਮੈਨੂੰ ਉਹਨੇ। ਸਰ ਓਕੇ ਉਹਨਾਂ ਨੇ ਨਾ ਸਰ ਉਹਨਾਂ ਨੇ ਹੀਟਰ ਲਾਇਆ ਸੀ ਲਾਗੇ, ਤੇ ਉਹ ਮੈਡਮ ਓਕੇ ਤੋਂ ਇੱਕ ਕੁਐਸਚਨ ਪੁੱਛ ਕੇ ਨਾ, ਬਸ ਕੁਐਸਚਨ ਪੁੱਛ ਕੇ ਆਪਣਾ ਬਸ ਹੀਟਰ ਵੱਲ ਹੋ ਗਈ ਸੀ ਬਸ। ਮਤਲਬ ਓਕੇ ਇੱਕ ਜਿੱਦਾਂ ਠੀਕ ਸਰ ਹੈ, ਫਾਰਮੈਲਿਟੀ ਨਹੀਂ ਕਰਦੇ, ਫਾਰਮੈਲਿਟੀ ਜੀ, ਸਮਝ ਗਿਆ ਮੈਂ ਤੁਹਾਡੀ ਸਰ ਸਮਝ ਬੜਾ ਮੈਨੂੰ ਔਕਵਰਡ ਲੱਗਾ ਕਿ ਯਾਰ ਸਮਝ ਇਹ ਗਿਆ। ਮੇਰੀ ਸਪੀਕਿੰਗ ਹੋ ਰਹੀ ਹੈ ਜਾਂ ਕੀ ਹੋ ਰਿਹਾ। ਮੈਨੂੰ ਭਰਾਵਾ ਇੱਕ ਤੇਰੇ ਗੱਲ ਕੋਲ ਦੱਸੋ ਵੀ ਰੱਬੇ ਕਰਨ, ਆਇਆ ਜਦੋਂ ਤੂੰ ਤੁਹਾਨੂੰ ਸਮਝ ਲੈ ਪਤਾ ਫਿਰ ਲੱਗ ਗਿਆ ਸੀਗਾ ਵੀ ਉਹ ਮੈਨੂੰ ਇਗਨੋਰ ਕਰ ਰਹੇ ਆ, ਤਾਂ ਤੁਸੀਂ ਆਪਣੇ ਨੇ ਕਿ ਪਰਫਾਰਮੈਂਸ ਦੇ ਵਿੱਚ ਚੇਂਜ ਲੈ ਕੇ ਆਂਦਾ, ਕਿ ਤੁਸੀਂ ਸੋਚਿਆ ਵੀ ਕੋਈ ਨਾ, ਜੇ ਮੈਨੂੰ ਸਰ ਨਹੀਂ ਵੀ ਸੁਣ ਰਹੇ ਮੈਂ ਤਾਂ ਵੀ ਵਧੀਆ ਸੁਣਾਉਂਗਾ। ਸਰ ਬੈਕਗ੍ਰਾਉਂਡ ਸਾਊਂਡ ਆ ਰਹੀ ਸਰ, ਬੈਕਗ੍ਰਾਉਂਡ ਸਾਊਂਡ। ਸਾਰਿਆਂ ਨੇ ਮਿਊਟ ਉੱਪਰ ਕਰ ਦਿਓ ਜੀ, ਸਾਰਿਆਂ ਨੇ ਮਿਊਟ ਤੇ ਕਰ ਦਿਓ। ਅੱਛਾ ਕਰਨ, ਜਦੋਂ ਮੰਨ ਕੇ ਚਲੋ ਹੀਟਰ ਵੱਲ ਧਿਆਨ ਸੀ ਉਹਨਾਂ ਦਾ, ਤਾਂ ਤੁਸੀਂ ਆਪਣੇ ਨੇ ਕਿ ਪਰਫਾਰਮੈਂਸ ਚੇਂਜ ਕੀਤੀ, ਕਿ ਤੁਸੀਂ ਸੋਚਿਆ ਵੀ ਨਹੀਂ ਕੋਈ ਨਾ, ਮੈਨੂੰ ਨਹੀਂ ਸੁਣ ਨਹੀਂ ਨਾ ਸਰ, ਸੁਣ ਮੈਂ ਪਰਫਾਰਮੈਂਸ ਵਧੀਆ ਸਰ, ਸੁਣਾਉਂਗਾ ਬਸ। ਨਾ ਸਰ, ਇਹ ਮੈਨੂੰ ਤੇ ਪਤਾ ਸੀ ਨਾ ਕਿ ਉਹਨਾਂ ਨੇ ਕਰਨਾ ਇਹ ਤਾਂ ਸਾਨੂੰ ਸਰ, ਆਪਾਂ ਗੱਲ ਕਰਦੇ ਸੀਗੇ ਡਿਸਟਰੈਕਟ ਕਰਨਾ ਹੀ ਸਰ, ਉਹਨਾਂ ਦਾ ਕੰਮ ਹੀ 2 ਕੰਮ ਆ ਸਰ, ਜੋ ਮੈਂ ਅਬਜ਼ਰਵ ਕੀਤੇ ਵਾਈਲ ਸਪੀਕਿੰਗ, ਕਿ ਬਿਲਕੁਲ ਇੱਕ ਤਾਂ ਕੰਮ ਸਰ ਉਹਨਾਂ ਦਾ ਕੁਐਸਚਨ ਪੁੱਛਣਾ, ਤੇ ਸੈਕਿੰਡ ਸਰ ਸਾਨੂੰ ਡਿਸਟਰੈਕਟ ਕਰਨਾ। ਸਮਝ ਗਿਆ ਮੈਂ ਤੁਹਾਡੀ ਗੱਲ ਕਿਉਂਕਿ ਬਿਲਕੁਲ ਜਿਹੜੀ ਸਾਡੀ ਰਿਕਾਰਡਿੰਗ ਹੁੰਦੀ ਹੈ ਨਾ, ਉਹ ਹਾਂਜੀ ਰਿਕਾਰਡਿੰਗ ਉਹਨਾਂ ਨੂੰ ਚਾਹੀਦੀ ਹੁੰਦੀ ਮੇਨ ਗੱਲ। ਬਿਲਕੁਲ ਜੋ ਸਰ ਰਿਕਾਰਡਿੰਗ ਠੀਕ ਆ। ਚਾਹੀਦੀ। ਤੇ ਸਰ ਉਹਨਾਂ ਹਾਂਜੀ ਨੇ ਮੇਰੇ ਬਾਰੇ ਸਰ ਇੱਕ ਸਰ ਮੇਰਾ ਨਾਮ ਪੁੱਛਿਆ ਉਹਨਾਂ ਨੇ, ਤੇ ਹਾਂਜੀ ਬਾਕੀ ਸਰ ਟਾਸਕ ਜਿਹੜਾ ਪਾਰਟ 1 ਹੁੰਦਾ ਉਹਦੇ ਵਿੱਚ ਵੀ ਸਰ ਉਹਨਾਂ ਨੇ ਸਿਰਫ ਮੈਨੂੰ ਲੋਕਾਂ ਬਾਰੇ ਪੁੱਛਿਆ ਕਿ ਓਕੇ ਲੋਕੀ ਕੀ ਸੋਚਦੇ ਆ ਜਾਂ ਆ ਕਰਦੇ ਆ, ਹਨਾ, ਕੋਈ ਠੀਕ ਮਤਲਬ ਹੈ ਕਿ ਮੇਰੇ ਬਾਰੇ ਉਹਨੇ ਕੁਛ ਨਹੀਂ ਪੁੱਛਿਆ ਕਿ ਮੈਂ ਕਿੱਥੋਂ ਰਹਿਣਾ, ਬਸ ਮੇਰਾ ਨਾਮ ਓਕੇ ਕਨਫਰਮ ਕੀਤਾ ਉਹਨਾਂ ਨੇ। ਠੀਕ ਹੈ ਜੀ ਤੇ ਫਿਰ ਸਰ ਸੈਕਿੰਡ ਆਇਆ ਕਿਊ ਕਾਰਡ। ਸਰ ਕਿਊ ਕਾਰਡ ਮੈਂ ਇਹ ਦੱਸਿਆ ਸਰ, ਮੈਂ ਉਹ ਕਿਊ ਕਾਰਡ ਕੀਤਾ ਹੀ ਨਹੀਂ ਸੀ ਪਹਿਲੀ ਗੱਲ ਸਰ, ਓਕੇ ਠੀਕ ਹੈ, ਉਹ ਠੀਕ ਹੈ ਕਿਊ ਜੀ ਕਾਰਡ ਮੈਂ ਕੀਤਾ ਨਹੀਂ। ਤੁਹਾਡਾ ਤੇ ਪ੍ਰਿਪੇਅਰ ਨਹੀਂ ਸੀ। ਓਕੇ ਹਾਂਜੀ, ਕਿਉਂਕਿ ਸਰ ਨਵੀਂ PDF ਆਈ ਸੀ, ਤੇ ਮੈਂ ਹਾਂ ਐਵੇਂ ਸਰ ਮੈਂ ਕੀ ਕਹਿੰਦੇ ਰਿਸਕ ਨਹੀਂ ਲਿਆ ਕਿ ਮੈਂ ਓਕੇ ਐਵੇਂ ਨਾ ਟੈਨਸ਼ਨ ਲੈਣਾ, ਜਿੰਨੇ ਮੈਂ ਕੀਤੇ ਸੀ ਆਪਣੇ, ਠੀਕ ਹੈ, ਥੋੜੇ ਬਹੁਤੇ ਠੀਕ ਪ੍ਰਪੇਅਰ ਹੈ ਕੀਤੇ ਸੀ, ਪਰ ਮੈਂ ਬਿਲੀਵ ਕਰਦਾ ਸੀ ਕਿ ਮੇਰੀ ਸਟੋਰੀ ਆਪਣੀ ਹੋਵੇ। ਹਾਂ ਬਿਲਕੁਲ ਠੀਕ ਹੈ। ਤੇ ਸਰ ਹਾਂਜੀ ਮੌਕੇ ਤੇ ਮੈਂ ਇਹ ਕਿਹਾ ਸੀ ਕਿ ਮੇਰੇ ਕੋਲ 10 ਮਿੰਟ ਹੈਗੇ ਆ, 15 ਮਿੰਟ ਹੈਗੇ ਮੇਰੀ ਲਾਈਫ ਦੇ, ਤੇ ਮੈਂ ਆਪਣਾ ਹਾਂਜੀ ਬੈਸਟ ਦੇਣਾ ਵਾ। ਠੀਕ ਬਿਲਕੁਲ ਹੈ। ਜੀ ਟੋਪਿਕ ਬਿਲਕੁਲ ਆਇਆ ਸਰ, ਮੈਂ ਟੋਪਿਕ ਪੜ੍ਹਿਆ 1 ਮਿੰਟ ਵਿੱਚ, ਸਿਰਫ ਮੈਂ ਇਹ ਦੇਖਿਆ ਕਿ ਮੈਂ ਬੋਲਣਾ ਕੀ ਆ।
ਓਕੇ ਮੈਂ ਸਾਰਾ ਛੱਡ ਤਾ ਸਭ ਕੁਝ, ਸਿਰਫ ਮੈਂ ਆਪਣੇ ਟੌਪਿਕ ਵੱਲ ਵੇਖਿਆ ਕਿ ਮੇਰੇ ਕੋਲ 1 ਮਿੰਟ ਆ, ਫਿਰ ਮੈਂ ਉਹ 1 ਮਿੰਟ ਵਿੱਚ ਆਪਣੀ ਸਟੋਰੀ ਬਣਾਈ। ਸਟੋਰੀ ਠੀਕ ਹੈ ਕਾਹਦੀ ਬਣਾਈ ਸਰ, ਮੈਂ ਸਾਰੀ ਗੱਪ ਮਾਰੀ। ਓਕੇ ਸਮਝ ਗਿਆ ਤੁਹਾਡੀ ਠੀਕ ਆ ਗੱਲ। ਕਿ ਹਾਂਜੀ ਮੈਂ ਮੈਨੂੰ ਆਇਆ ਸੀ ਕੰਟਰੀ ਸਾਈਡ ਵਿਜ਼ਿਟ ਆਇਆ ਸੀ, ਓਕੇ ਜੀ ਸਿਰਫ ਉਹਨਾਂ ਨੇ ਠੀਕ ਹੈ ਲਿਖਿਆ ਸੀ ਕੰਟਰੀ ਸਾਈਡ ਵਿਜ਼ਿਟ ਓਕੇ ਬਸ। ਸਿਰ ਮੈਂ ਠੀਕ ਇੱਕ ਹੈ ਕੀਵਰਡ ਆਪਣੇ ਦਿਮਾਗ 'ਚ ਰੱਖ ਲਿਆ ਸਰ, ਮੈਂ ਇਮੈਜੀਨੇਸ਼ਨ ਬਾਅਦ ਕਰ ਲਿਆ ਕਿ ਮੈਂ ਕਹਿ ਤਾ ਕਿ ਮੇਰੀ ਲਾਸਟ ਮੰਥ ਮੇਰੀ ਕੈਨੇਡਾ ਤੋਂ ਕਜ਼ਨ ਆਈ ਸੀ, ਉਹ ਓਕੇ 5 ਸਾਲ ਤੋਂ ਕੈਨੇਡਾ ਰਹਿ ਰਹੀ ਸੀ, ਓਕੇ ਉਹ ਟ੍ਰੈਡੀਸ਼ਨਲ ਮੀਲ ਬਹੁਤ ਮਿਸ ਕਰ ਰਹੀ ਸੀ, ਠੀਕ ਤੇ ਹੈ ਅਸੀਂ ਡਿਸਾਈਡ ਕੀਤਾ ਕਿ ਅਸੀਂ ਬਾਹਰ ਜਾਣਾ ਵਾ, ਤੇ ਅਸੀਂ ਫਿਰ ਲਾਗੇ ਇੱਕ ਰੈਸਟੋਰੈਂਟ ਸੀ, ਤੇ ਓਕੇ ਰੈਸਟੋਰੈਂਟ ਦਾ ਨਾਮ ਸੀ ਫਾਰਮਲੈਂਡ। ਸਰ ਮੈਂ ਮੌਕੇ ਦੇ ਨਾਮ ਚੇਂਜ ਕਰਤਾ, ਸਮਝ ਮੌਕੇ ਦੇ ਗਿਆ ਨਾਮ ਬੇਟਾ ਮੇਰਾ ਆ ਗਿਆ ਕਿ ਸਮਝ ਗਿਆ ਫਾਰਮਲੈਂਡ ਨਾਮ ਸੀ ਉਹਦਾ। ਤੇ ਬਾਅਦ ਚੋਂ ਆਪਾਂ ਬਹੁਤ ਗੈਟ ਟੂਗੇਦਰ ਕੀਤਾ ਅਸਾਂ, ਹਨਾ, ਉਹਨੇ ਮੈਨੂੰ ਕੈਨੇਡਾ ਦੇ ਲਾਈਫ ਸਟਾਈਲ ਬਾਰੇ ਦੱਸਿਆ, ਬਹੁਤ ਕੁਝ ਮੈਨੂੰ ਗਾਈਡ ਕੀਤਾ ਉਹਨੇ, ਤੇ ਫਿਰ ਆਪਣੀਆਂ ਆਪਾਂ ਫੋਟੋਆਂ ਖਿੱਚੀਆਂ, ਹਨਾ, ਬਹੁਤ ਸਾਰਾ ਮੈਂ ਹਾਂਜੀ ਇੱਦਾਂ ਐਲੈਬੋਰੇਟ ਕਰਤਾ, ਤੇ ਮੈਂ ਬਿਲਕੁਲ ਐਲੈਬੋਰੇਟ ਸਰ ਕਰ ਰਿਹਾ ਸੀ, ਮੈਂ ਇਹ ਨਹੀਂ ਹੂੰ ਦੇਖਿਆ ਕਿ ਮੈਂ ਰੁਕਣਾ ਵਾ ਜਾਂ ਕੁਛ ਵੀ, ਸਰ ਮੈਂ ਬੋਲੀ ਜਾ ਰਿਹਾ ਸੀ। ਠੀਕ ਆ, ਓਕੇ ਉਹਨੇ ਸਾਡੇ ਲਈ ਉਹਨੇ ਮੈਨੂੰ ਰੋਕਤਾ, ਓਕੇ ਠੀਕ ਹੈ ਤੇ ਜੀ ਨਾਲ ਹੀ ਸਰ ਮੈਨੂੰ ਉਹਨੇ ਸਾਰੇ ਹੀ ਮੇਰੇ ਖਿਆਲ ਨਾਲ ਉਹਨੇ ਮੈਨੂੰ 10-12 ਕੁਐਸਚਨ ਪੁੱਛੇ, ਠੀਕ ਹੈ ਜੀ ਸਾਰੇ ਹੀ ਸਰ ਮੈਨੂੰ ਕੰਟਰੀ ਸਾਈਡ ਤੇ ਹੀ। ਠੀਕ ਹੈ ਓਕੇ ਜੀ ਉਹ ਕੁਐਸਚਨ ਸਰ ਦੇਖੋ ਯਾਦ ਹੋਏ ਨਾ ਸਰ, ਮੈਨੂੰ 1-2 ਟੌਪਿਕ ਪੁੱਛੇ ਤੇ ਤਾਂ ਇੱਕ ਵੇਰੀਏਸ਼ਨ ਆ ਜਾਂਦੀ ਟੌਪਿਕ ਵਿੱਚ, ਸਾਡੇ ਕੋਲ ਬਿਲਕੁਲ ਨੌਲੇਜ ਕੰਟੈਂਟ ਵੀ ਜ਼ਿਆਦਾ ਹੁੰਦਾ ਵਾ, ਹਾਂ ਨੌਲੇਜ ਕੰਟੈਂਟ ਬਟ ਜ਼ਿਆਦਾ ਸਰ ਉਹਨੇ ਮੈਨੂੰ ਸਿਰਫ ਸਾਰੇ ਕੁਐਸਚਨ ਹੀ ਉਹਦੇ ਉੱਤੇ ਪੁੱਛੇ। ਓਕੇ ਸਮਝ ਗਿਆ ਵਾਈ ਤੁਹਾਡੀ ਜੇ ਲੋਕੀ ਕਹਿੰਦੇ ਆ ਕਿ ਜੇ ਲੋਕੀ ਕੰਟਰੀ ਸਾਈਡ ਵਿਜ਼ਿਟ ਕਿਉਂ ਜਾਂਦੇ ਆ, ਓਕੇ ਹਨਾ, ਸਿਟੀ ਵਿੱਚ ਠੀਕ ਹੈ ਰਹਿਣਾ ਕਿਉਂ ਨਹੀਂ ਪਸੰਦ ਕਰਦੇ, ਫਾਇਦੇ ਓਕੇ ਕੀ ਆ, ਨੁਕਸਾਨ ਕੀ ਆ, ਹਾਂਜੀ ਤੇ ਸਮਝ ਗਿਆ ਇਫ ਇਦਾਂ ਹੋ ਜੇ ਤਾਂ ਤੁਸੀਂ ਕੀ ਕਰੋਗੇ, ਤੁਸੀਂ ਲੋਕਾਂ ਠੀਕ ਨੂੰ ਹੈ ਕੀ ਜੀ ਸੁਜੈਸਟ ਕਰੋਗੇ, ਸਮਝ ਗਿਆ ਹਨਾ। ਜੀ ਸਰ ਓਕੇ ਉਹ ਸਵਾਲ ਪੁੱਛੇ ਕਿ ਜਿਹੜਾ ਮੇਰੇ ਨਾਲ ਲੈਣਾ ਦੇਣਾ ਹੀ ਹੈ ਨਹੀਂ ਸੀ, ਸਮਝ ਗਿਆ ਤੁਹਾਡੀ ਗੱਲ ਪਰ ਸਰ ਸਮਝ ਗਿਆ ਉਹਨੇ ਇੱਕ ਇੱਕ ਹੁੰਦੇ ਮੈਨੂੰ ਲੱਗਾ ਹੀ ਨਹੀਂ ਕਿ ਮੇਰੀ ਇੰਟਰਵਿਊ ਆ, ਸੋ ਉਹਨੇ ਹਾਂਜੀ ਤੇ ਰੈਪਿਡ ਫਾਇਰ ਮੇਰੇ ਨਾਲ ਕੁਐਸਚਨ ਪੁੱਛੇ, ਓਕੇ ਠੀਕ ਰੈਪਿਡ ਹੈ ਫਾਇਰ ਸਰ ਉਹਨੇ ਕੁਐਸਚਨ ਪੁੱਛੇ ਸਮਝ ਕਿ ਗਿਆ ਦਿਸ ਤੁਹਾਡੀ ਡੈਟ ਆ ਸਰ, ਬਸ ਇਦਾਂ ਉਹਨੇ ਕੀਤਾ। ਓਕੇ ਤੇ ਸਮਝ ਬਟ ਗਿਆ ਇਹ ਆ ਕਿ ਮੈਂ ਸਿਰਫ ਇੱਕ ਸਟ੍ਰੈਸ ਨਹੀਂ ਲਈ ਉੱਥੇ, ਜੋ ਮੇਰੇ ਓਕੇ ਦਿਮਾਗ 'ਚ ਆਇਆ ਉਹ ਮੈਂ ਕੀਤਾ। ਫੋਲੋ ਪੂਰੇ ਕੰਫਰਟੇਬਲ ਹੋ ਕੇ ਜਾਣੀ ਕਿ ਬੋਲੇ ਤੁਸੀਂ, ਕੋਈ ਹਾਈਪਰ ਹਾਂ, ਨਹੀਂ ਹੋਏ ਜ਼ਿਆਦਾ ਹਾਂਜੀ ਵੀ, ਹਾਂਜੀ ਕੋਈ ਹਾਂਜੀ ਪੈਨਿਕ ਹਾਂਜੀ, ਨਹੀਂ ਹੋਈ ਤੇ ਬਾਕੀ ਉਹਦਾ ਐਕਸੈਂਟ ਵੀ ਸਰ ਥੋੜਾ ਜਿਹਾ ਡਿਫਰੈਂਟ ਸੀ, ਓਕੇ ਮਾਸਕ ਪਾਇਆ ਹੋਇਆ ਸੀ, ਮੈਨੂੰ ਪਤਾ ਨਹੀਂ ਸੀ ਕੌਣ ਸੀ ਕਿੱਥੋਂ, ਹਨਾ, ਤੇ ਇਹ ਓਕੇ ਸੀ ਕਿ ਉਹ ਕੁਐਸਚਨ ਬੜੇ ਪੁੱਛੇ ਉਹਨਾਂ ਨੇ ਮੈਨੂੰ। ਅੱਛਾ ਸਮਝ ਗਿਆ ਜੀ ਸਮਝ ਗਿਆ ਹੈਲੋ ਸਰ। ਹਾਂਜੀ ਸਰ ਇਹਨਾਂ ਨੇ ਮਤਲਬ ਜਦੋਂ ਸਪੀਕਿੰਗ ਦਿੱਤੀ ਹੈ ਫਾਈਨਲ, ਇਹਨਾਂ ਨੇ ਮਤਲਬ ਕਿ ਫਰੇਜ਼ਸ ਵਗੈਰਾ ਜਾਂ ਈਡੀਐਮ ਕਨੈਕਟਰ ਵਗੈਰਾ ਭੁੱਲੇ ਸੀਗੇ ਤੁਸੀਂ? ਹਾਂਜੀ ਕਰਨ ਦੱਸਿਓ ਇਹਦੇ ਬਾਰੇ ਥੋੜਾ ਜਿਹਾ, ਜਾਣ ਨਾ ਪਾਏ। ਹਾਂਜੀ ਸਰ, ਮੈਂ ਨਾ ਰੈਗੂਲਰ ਜਦੋਂ ਆਪਣੀ ਸਪੀਕਿੰਗ ਕਰਦਾ ਸੀ ਤੇ ਮੈਂ ਕਨੈਕਟਰ ਨਹੀਂ ਯੂਜ਼ ਕਰਦਾ ਸੀ, ਠੀਕ ਓਕੇ ਆ, ਜੀ ਬਟ ਸਰ ਮੈਂ ਪੇਪਰ ਤੋਂ 2-3 ਦਿਨ ਪਹਿਲਾਂ ਨਾ ਮੈਂ ਏਦਾਂ ਈਡੀਐਮ ਜੀ ਸਰ ਬੋਲਦਾ ਸੀ ਸਰ, ਮਜ਼ਾਕ ਓਕੇ ਨਾ, ਤੇ ਸਰ ਮੈਂ ਓਕੇ ਉਹ ਇੱਕ ਮੈਂ ਬੋਲਤਾ ਸੀ ਸਰ, ਉਹ ਮੈਂ ਬੋਲਿਆ ਨਹੀਂ ਸਰ, ਮੇਰੇ ਮੂੰਹ 'ਚੋਂ ਆਪੇ ਹੀ ਨਿਕਲ ਗਿਆ ਸੀ। ਓਕੇ ਦੱਸੋਗੇ ਇੱਕ ਵਾਰੀ, ਵੈਸੇ ਜ਼ਿਕਰ ਕਰੋਗੇ ਵੀ ਕਿੱਦਾਂ ਲੈਂਗੁਏਜ ਚ ਬਣਾ ਕੇ ਬੋਲਿਆ ਸਰ ਸੀ ਤੁਸੀਂ? ਓਵਰ ਦਾ ਮੂਨ, ਆਈ ਫੈਲਟ ਓਵਰ ਦਾ ਮੂਨ, ਓਵਰ ਦਾ, ਇੱਕ ਸਿੰਪਲ ਏਡੀਐਮ ਸਿੰਪਲ ਸਰ, ਓਵਰ ਦਾ ਬੇਸਿਕ ਮੂਨ, ਸਰ ਈਡੀਐਮ। ਇਹ ਚੀਜ਼ ਸਾਰਿਆਂ ਨੂੰ ਪਤਾ ਹੁੰਦੀ ਹੈ ਬਿਲਕੁਲ ਜੀ, ਬਹੁਤ ਹਾਂਜੀ ਫਸਟ ਗੱਲ ਸਰ, ਹੈ ਹਾਂਜੀ ਮੈਂ ਬਿਲਕੁਲ। ਬੋਲਿਆ ਹੀ ਨਹੀਂ ਸਰ, ਮੈਂ ਆਪੇ ਹੀ ਮੈਂ ਲਾਈਨ ਬੋਲ ਰਿਹਾ ਸੀ, ਵਿੱਚ ਹੀ ਨਿਕਲ ਗਿਆ। ਹਾਂਜੀ ਉਹ ਤੇ ਆਪਣੇ ਮਾਈਂਡ ਦੇ ਵਿੱਚ, ਕਿਉਂਕਿ ਡੇਲੀ ਬੇਸਿਸ ਤੇ ਜਿਹੜੀ ਚੀਜ਼ ਚੱਲਦੀ ਹੈ ਉਹ ਸਡਨਲੀ ਇਦਾਂ ਫਿਰ ਪੌਪ ਹਾਂਜੀ ਆਊਟ ਹੁੰਦੀ ਹੈ ਮਾਈਂਡ 'ਚ। ਸਰ ਮੈਂ ਮੇਰਾ ਵੀ ਇੱਕ ਕੁਐਸਚਨ ਸੀਗਾ, ਨੈਗੇਟਿਵ ਇਫੈਕਟ ਵੀ ਹੋ ਸਕਦਾ, ਕਿਉਂਕਿ ਹੁਣ ਜਿਹੜਾ ਬੱਚਾ ਹਰੇਕ ਸੈਂਟੈਂਸ ਹੀ ਈਡੀਅਮ ਨਹੀਂ ਤੁਰਿਆ ਜਾਂਦਾ ਜੀ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਮੈਮੋਰਾਈਜ਼ ਕੀਤੇ ਹੁੰਦੇ ਆ, ਤਾਂ ਉਹਨਾਂ ਨੂੰ ਪਤਾ ਇਹ ਹਾਂ ਚੀਜ਼ ਜੇ ਦਾ। ਮੈਮੋਰਾਈਜ਼ ਆ ਤਾਂ ਉਹ ਆਪਾਂ ਨੂੰ, ਉਹਨਾਂ ਨੂੰ ਆਪੇ ਖੁਦ ਹੀ ਪਤਾ ਲੱਗ ਜਾਣੇ, ਜਿਹੜੇ ਤੁਸੀਂ ਪਲੈਨਡ ਕਰਕੇ ਬੋਲੇ ਆ ਉਹ ਦੂਰੋਂ ਹੀ ਪਤਾ ਲੱਗ ਜਾਂਦੇ ਆ, ਜਿਹੜੇ ਨੈਚੁਰਲੀ ਚੀਜ਼ ਤੁਹਾਡੇ ਮੂੰਹ ਚੋਂ ਨਿਕਲਣੀ ਉਹ ਨਹੀਂ, ਸਮਝ ਗਏ ਨਾ? ਹਾਂਜੀ ਬਿਲਕੁਲ ਬਿਲਕੁਲ ਸਰ, ਸਰ ਨੈਚੁਰਲ ਜਿਹੜੀਆਂ ਆਪਾਂ ਚੀਜ਼। ਫਰੈਸਸ ਬੋਲਦੇ ਆ, ਇਹ ਜਿੱਦਾਂ ਮੈਮੋਰਾਈਜ਼ ਚ ਨਹੀਂ ਕਾਊਂਟ ਹੁੰਦਾ? ਯਾਨੀ ਕਿ ਫਰੇਜ਼, ਮੈਂ ਤੁਹਾਨੂੰ ਹੁਣੇ ਕਿਹਾ, ਹਾਂਜੀ ਦੇਖੋ ਨਾ ਮੈਂ ਤੁਹਾਨੂੰ ਦੱਸਦਾ ਵਾਂ, ਦੇਖੋ ਜਿਹੜੀਆਂ ਫਰੇਜ਼ਸ ਹੁੰਦੀਆਂ ਉਹ ਮੈਮੋਰਾਈਜ਼ ਚ ਕਾਊਂਟ ਹੁੰਦੀਆਂ ਨਹੀਂ ਹੁੰਦੀਆਂ, ਹੈ ਤਾਂ ਸਾਰਾ ਕੁਝ ਹੀ ਐਕਚੁਅਲ ਦੇ ਵਿੱਚ ਮੈਮੋਰਾਈਜ਼ ਆ। ਜੇ ਤੁਸੀਂ ਆਹ ਚੀਜ਼ ਉਹਨਾਂ ਨੂੰ ਕਹਿ ਰਹੇ ਹੋ ਓਨੈਸਟਲੀ, ਹੈ ਤਾਂ ਲੈਂਗੁਏਜ ਤਾਂ ਸਾਰੀ ਹੀ ਮੈਮੋਰਾਈਜ਼ ਆ ਨਾ, ਪਹਿਲੀ ਗੱਲ ਤਾਂ ਸੋਚਿਆ ਜਾਵੇ ਤਾਂ, ਯੈਸ ਔਰ ਨੋ, ਹਰ ਇੱਕ ਕਨੈਕਟਰ ਹੀ ਮੈਮੋਰਾਈਜ਼ ਆ। ਬਟ ਮੈਂ ਤੁਹਾਨੂੰ ਕਹਿ ਰਿਹਾ ਕਿ ਜੋ ਚੀਜ਼ ਤੁਸੀਂ ਨੈਚੁਰਲੀ ਮੂੰਹ ਚੋਂ ਕੱਢੀ ਆ, ਨਾਲ ਆਪਣੀ ਯਾਨੀ ਕਿ ਬੋਡੀ ਲੈਂਗੁਏਜ ਦਾ ਵੀ ਸਾਥ ਦਿੱਤਾ ਉਹਦੇ ਵਿੱਚ, ਉਹ ਚੀਜ਼ ਤੁਹਾਡੀ ਸਪੀਕਿੰਗ 'ਚ ਮੈਮੋਰਾਈਜ਼ ਨਹੀਂ ਮੰਨੀ ਜਾਂਦੀ, ਰਾਈਟਿੰਗ ਦੇ ਵਿੱਚ ਹੁੰਦੀ ਹੈ, ਸਪੀਕਿੰਗ 'ਚ ਨਹੀਂ। ਬਟ ਜਿਹੜੀ ਚੀਜ਼ ਤੁਸੀਂ ਪਲੈਨਡ ਕਰਕੇ ਬੋਲ ਰਹੇ ਹੋ, ਜਿਹੜਾ ਤੁਸੀਂ ਪਹਿਲਾਂ ਹੀ ਸੋਚ ਲਿਆ ਵੀ ਮੈਂ ਆਹ ਨਾ ਇਹਦੇ ਵਿੱਚ ਫਰੇਜ਼ ਫਿੱਟ ਕਰੂੰਗਾ, ਉਹ ਚੀਜ਼ ਦਾ ਦੂਰੋਂ ਭੁਲੇਖਾ ਪੈ ਜਾਂਦਾ ਵਾ। ਸਮਝ ਗਏ ਮੇਰੀ ਗੱਲ ਜੀ? ਬਿਲਕੁਲ ਬਿਲਕੁਲ ਸਰ, ਤੁਸੀਂ ਸਹੀ ਹਾਂ ਕਿਹਾ ਸਰ। ਇਹ ਹੈ ਕਿ ਸਰ ਕਿੰਨਾ ਤੁਸੀਂ ਨੈਚੁਰਲ ਹੋ ਸਪੀਕਰ ਦੇ ਕਿੰਨਾ ਸਾਹਮਣੇ, ਹੈਲੋ ਠੀਕ ਹੈ ਸਤਿ ਸਰ। ਸ਼੍ਰੀ ਅਕਾਲ ਸਰ। ਨੋ ਹਾਂਜੀ ਕਰਨ ਮੁਬਾਰਕਾਂ। ਮੇਰਾ ਕਜ਼ਨ ਹਾਂਜੀ ਵੀ ਕਹਿੰਦਾ ਮੈਨੂੰ ਵਰੀ ਸੀਗੀ, ਕਜ਼ਨ ਵਧੀਆ ਪਰਫਾਰਮ ਕਰੇ ਤੇ ਮੈਂ ਫਾਈਨਲੀ ਅੱਜ ਕਰਿਆ। ਹਾਂਜੀ ਮੈਨੂੰ ਨਾਮ ਕੀ ਤੁਹਾਡਾ ਜੀ? ਇੱਕ ਮਿੰਟ। ਰਵਿੰਦਰ ਰੀਤ ਸਰ, ਰੀਤ, ਹਾਂਜੀ
ਰੀਤ ਆਵਾਜ਼ ਨਹੀਂ ਆ ਰਹੀ, ਮਿਊਟ ਕਰ ਲਓ, ਆਪਾਂ ਬਾਅਦ ਚੋਂ ਗੱਲ ਕਰਾਂਗੇ। ਆਵਾਜ਼ ਨਹੀਂ ਤੁਹਾਡੀ ਆ ਰਹੀ, ਡਿਸਟਰਬ ਹੋ ਰਿਹਾ। ਤੇਰੀ ਕੋਈ ਖੋਲ ਨਹੀਂ ਖੋਲਦੀ ਮੈਂ। ਮੈਂ ਤੁਹਾਨੂੰ ਰੀਤ, ਮੈਂ ਤੁਹਾਨੂੰ ਨਹੀਂ ਜਾਣਦਾ, ਠੀਕ ਹੈ ਜੀ, ਹਾਂਜੀ ਡਿਸਟਰਬ ਨਾ ਕਰੋ। ਹਾਂਜੀ ਇੱਕ ਵਾਰੀ ਮਿਊਟ ਕਰ ਲਓ। ਨਹੀਂ ਮਜ਼ਾਕ ਕਰਦਾ, ਮੇਰੀ ਕਜ਼ਨ ਆ ਸਰ ਇਹ ਤੇ। ਓਕੇ ਅੱਛਾ ਤੁਹਾਡੀ ਕਜ਼ਨ ਹੈ ਰੀਤ। ਮੈਂ ਤੇ ਬਹੁਤ ਪ੍ਰੈਕਟਿਸ ਕਰਦੇ ਰਹੇ ਹਾਂ ਕਿ ਹਾਂ ਆਪਣੀ ਓਨ ਆਈਡੀਆ ਕ੍ਰੀਏਟ ਕਰੀਏ, ਨੈਚੁਰਲ ਬੋਲੀਏ ਤੇ ਕਰਨ ਆਲਵੇਜ਼ ਕਹਿੰਦਾ ਜੀ ਤੁਸੀਂ ਬੜੇ ਬੈਟਰ ਹੋ, ਬਟ ਮੈਨੂੰ ਆਪਣੇ ਤੇ ਟਰਸਟ ਨਹੀਂ ਹੁੰਦਾ ਸੀਗਾ ਕਿ ਸੀਰੀਅਸਲੀ ਕਰਨ ਇੰਨਾ ਵਧੀਆ ਪਰਫਾਰਮ ਕਰ ਲੂਗਾ, ਬਿਕਾਜ਼ ਇਹਨਾਂ ਨੂੰ ਮੇਰੀ ਸਪੀਕਿੰਗ ਬੜੀ ਵਧੀਆ ਲੱਗਦੀ ਸੀ। ਕੀਤੀ ਹੈ ਜੇ ਮੈਂ ਕਰੈਕਟ ਹੋਵਾਂ ਤਾਂ ਨਾ, ਤੁਹਾਡੀ ਮੈਂ ਰਾਈਟਿੰਗ ਮਾਰਕ ਕੀਤੀ 2-3 ਵਾਰ। ਹਾਂਜੀ ਸਰ, ਸੌਰੀ ਰੀਤ ਮੈਨੂੰ ਸਰ ਮੈਂ ਰਵਿੰਦਰ ਰੀਤ ਅੰਮ੍ਰਿਤਸਰ ਤੋਂ। ਓਕੇ ਮੈਨੂੰ ਹੁਣ ਯਾਦ ਆਇਆ, ਠੀਕ ਹੈ ਜੀ। ਹਾਂਜੀ ਸਰ, ਮੈਨੂੰ ਬਹੁਤ ਜ਼ਿਆਦਾ ਵਰੀ ਸੀ ਬਿਕਾਜ਼ ਲਾਸਟ ਮੋਮੈਂਟ ਤੇ ਕਰਨ ਕਾਫੀ ਸਿੱਕ ਹੋ ਗਏ ਸੀ। ਮੈਨੂੰ ਸੀਗਾ ਹਾਏ ਸੀਰੀਅਸਲੀ ਹੁਣ ਕੀ ਹੋਊਗਾ, ਤੇ ਇਹਨਾਂ ਨੇ ਮੈਨੂੰ ਵੀ ਨਹੀਂ ਦੱਸਿਆ, ਕਹਿੰਦੇ ਵੀ ਤੁਸੀਂ ਮਤਲਬ ਸੋਚਣਾ ਆ ਕਿ ਟੈਨਸ਼ਨ ਲਓਗੇ ਜਾਂ ਕੁਝ ਵੀ, ਕਹਿੰਦੇ ਨਹੀਂ ਮੈਂ ਐਗਜ਼ਾਮ ਨਹੀਂ ਦਿੱਤਾ ਜਾਂ ਕੁਝ ਵੀ। ਮੈਨੂੰ ਵੀ ਥੋੜਾ ਮੈਂ ਬੈਡ ਫੀਲ ਕੀਤਾ, ਮੈਂ ਕਿ ਚਲੋ ਵਰੀ ਨਾ ਕਰੋ, ਐਗਜ਼ਾਮ ਕਰ ਲਾਂਗੇ, ਬਟ ਫਾਈਨਲੀ ਅੱਜ ਮੈਨੂੰ ਪਤਾ ਲੱਗਿਆ ਕਿ ਕਰਨ ਮਤਲਬ ਨਹੀਂ ਵਧੀਆ ਰਿਹਾ ਜੌਬ ਕੀਤੀ ਆ। ਤੇ ਆਪਾਂ ਲਾਸਟ ਜੋ ਕੁਐਸਚਨ ਆ ਇਹਦੇ ਵਿੱਚ ਕਰਨ ਤਾਂ ਉਹ ਆ ਕਿ ਜਾਨੀ ਕਿ ਪੇਪਰ ਤੋਂ 1 ਜਾਂ 2 ਦਿਨ ਪਹਿਲਾਂ ਕੀ ਕੀਤਾ, ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਇੱਕ ਸਟੂਡੈਂਟ ਲਈ ਵੀ, ਕੱਲ ਨੂੰ ਮੇਰਾ ਐਗਜ਼ਾਮ ਆ। ਸਰ ਕੁਛ ਨਹੀਂ ਕਰਨਾ ਚਾਹੀਦਾ ਸਰ, ਮੇਰੀ ਗੱਲ ਸੁਣੋ, ਕੁਛ ਨਹੀਂ, ਸਾਨੂੰ ਇਹ ਕਰਨਾ ਚਾਹੀਦਾ ਕਿ ਜੋ ਆਪਾਂ ਪਹਿਲਾਂ ਕੀਤਾ ਨਾ ਸਰ, ਹਾਂਜੀ ਜੋ ਆਪਾਂ ਪਹਿਲਾਂ ਕੀਤਾ ਉਹਨੂੰ ਹੋਲਡ ਕਰ ਲਓ ਬਸ ਹੋਲਡ ਕਰ ਦਿਮਾਗ ਲਓ। ਵਿੱਚ, ਵੈਰੀ ਗੁੱਡ ਜੀ। ਨਵਾਂ ਕੁਛ ਨਾ ਸਿੱਖੋ ਜਿਹੜੀ ਸਰ। ਚੀਜ਼ ਆਲਰੇਡੀ ਤੁਹਾਡੇ ਕੋਲੇ ਇੱਕ ਹਾਂਜੀ ਜਾਨੀ ਕਿ ਤੁਹਾਡੇ ਕੋਲੇ ਬੈਗ ਹੈ, ਇੱਕ ਤੁਸੀਂ ਪਹਿਲਾਂ ਹੀ ਚੀਜ਼ਾਂ ਪਾ ਲਈਆਂ ਉਹਦੇ ਵਿੱਚ। ਹਾਂਜੀ ਹੁਣ ਤੁਸੀਂ 1 ਦਿਨ ਪਹਿਲਾਂ ਉਹਨੂੰ ਹੋਰ ਪਾ ਕੇ ਉਹਦੇ ਫਟਣ ਦੇ ਚਾਂਸਸ ਵੀ ਹੁੰਦੇ ਆ, ਜੇ ਮੈਂ ਗਲਤ ਨਾ ਹੋਵਾਂ ਤਾਂ। ਸਹੀ ਹੈ ਨਾ? ਹਾਂਜੀ ਫੋਰ ਟਰਾਈ ਐਗਜ਼ਾਮਪਲ ਸਰ ਕਰੋ ਵੀ ਜਿੱਦਾਂ ਜਿਹੜੀਆਂ ਚੀਜ਼ਾਂ ਬੈਗ 'ਚ ਹੈਗੀਆਂ ਬਸ ਉਹਨੂੰ ਜਿਪ ਬੰਦ ਕਰ ਲਓ ਹੁਣ, ਬਸ ਸਮਝ ਗਏ ਹਾਂਜੀ ਨਾ? ਜਿਪ ਬੰਦ ਕਰ ਲਓ, ਕਿ ਹਾਂ ਸਰ ਬੈਗ ਜਿਪ ਤੁਹਾਡਾ ਸਿਰਫ ਫੁੱਲ ਹੋ ਗਿਆ, ਹੁਣ ਉਹਨੂੰ ਜਿਪ ਲੌਕ ਕਰ ਲਓ। 1 ਦਿਨ ਪਹਿਲਾਂ ਵੀ ਕੋਈ ਚੀਜ਼ਾਂ ਨਵੀਆਂ ਪਾਈ ਜਾਓਗੇ, ਫਾਇਦਾ ਕੀ, ਉਹ ਭਾਰਾ ਹੋ ਜਾਣਾ, ਉਦੋਂ ਵੀ ਉਹਨੂੰ ਚੱਕਣ 'ਚ ਪ੍ਰੋਬਲਮ ਆਊਗੀ ਤੁਹਾਨੂੰ, ਸਮਝ ਗਏ ਨਾ? ਹਾਂਜੀ ਜਿੰਨੀਆਂ ਤੇ ਨੈਸੈਸਰੀ ਚੀਜ਼ਾਂ ਸੀਗੀਆਂ ਤੁਸੀਂ ਵੈਸੇ ਹੀ ਸਭ ਤੋਂ ਪਹਿਲਾਂ ਬਸ ਹੁਣ ਕੈਰੀ ਕਰ ਚੁੱਕੇ ਹੋ, ਕਲੈਕਟ ਕਰ ਲਈਆਂ ਤੁਸੀਂ, ਜਿਹੜੀਆਂ ਕੰਮ ਦੀਆਂ ਚੀਜ਼ਾਂ ਸੀ। 2 ਦਿਨ ਪਹਿਲਾਂ ਕੋਈ ਜ਼ਿਆਦਾ ਕੰਮ ਦੀ ਚੀਜ਼ ਨਹੀਂ ਰਹਿ ਜਾਂਦੀ ਤੇ ਦੇਖੀਏ ਤਾਂ। ਹਾਂਜੀ ਬਿਲਕੁਲ ਸਰ, ਜਿੱਦਾਂ ਫੋਰ ਐਗਜ਼ਾਮਪਲ ਸਰ ਸਾਨੂੰ ਅਸੀਂ 80 ਜਾਂ 90% ਆਪਾਂ ਡਾਟਾ ਆਪਣਾ ਕੰਪਲੀਟ ਕਰ ਲਿਆ ਵਾ ਸਰ। ਆਪਾਂ ਕੀ ਕਰਦੇ ਹਾਂ, ਕਈ ਸਟੂਡੈਂਟ ਕੀ ਕਰਦੇ ਆ, ਸਾਡੀ ਗਲਤੀ ਇਹ ਹੁੰਦੀ ਆਪਾਂ 10% ਜਿਹੜਾ ਰਹਿ ਜਾਂਦਾ ਨਾ ਉਹਦੇ ਉੱਤੇ ਜ਼ਿਆਦਾ ਫੋਕਸ ਕਰਦੇ ਹਾਂ, ਬਿਲਕੁਲ ਨਾ ਕਿ ਅਸੀਂ ਸੋ ਫੋਕਸ ਕਰੀਏ ਆਪਣਾ 80 ਜਾਂ 90% ਜਿਹੜਾ ਆਪਾਂ ਕੀਤਾ ਹੋਇਆ ਵਾ ਉਹਨੂੰ ਹੋਲਡ ਕਰ ਲਓ ਕਿ ਹਾਂ ਕਿ ਮੇਰਾ ਇਹ ਟਾਸਕ ਜੇ ਆ ਗਿਆ ਤੇ ਮੈਂ ਇਦਾਂ ਪਰਫਾਰਮ ਕਰੂੰਗਾ ਆਪਣਾ, ਇਹ ਮੇਰੇ ਕਨੈਕਟਰ ਹੋਣਗੇ, ਇੱਕ ਰਿਵਾਈਜ਼ ਆਪਣੇ ਮੈਂਬਰ, ਕਿਉਂਕਿ ਸਰ ਉਹ ਸਾਡਾ ਫਾਈਨਲ ਡੇ ਹੁੰਦਾ ਵਾ, ਉੱਥੇ ਸਾਨੂੰ ਕਿਸੇ ਨੇ ਕਰੈਕਟ ਨਹੀਂ ਕਰਨਾ। ਬਿਲਕੁਲ ਇੱਕ ਸਰ ਮੈਂ ਤੁਹਾਨੂੰ ਕਹੂੰਗਾ ਸਰ, ਇੱਕ ਸੈਲਫ ਕਰੈਕਸ਼ਨ ਬਹੁਤ ਵੱਡੀ ਗੱਲ ਹੁੰਦੀ ਹੈ। ਸੈਲਫ ਕਰੈਕਸ਼ਨ, ਬਿਲਕੁਲ ਜੀ ਬਿਲਕੁਲ। ਸੈਲਫ ਕਰੈਕਸ਼ਨ ਸਾਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਇੱਥੇ ਮੈਂ ਆਹ ਲਾਈਨ ਲਿਖ ਰਿਹਾ ਵਾਂ, ਇਹ ਗਲਤ ਹੈ ਕਿ ਸਹੀ ਹੈ। ਬਿਲਕੁਲ ਇਹ ਬਿਲਕੁਲ ਇਹ ਹੋਣਾ ਚਾਹੀਦਾ ਬੰਦੇ 'ਚ ਐਬਿਲਿਟੀ ਇੱਕ ਤੁਸੀਂ ਰਾਈਟਿੰਗ ਲਿਖਣ ਤੋਂ ਬਾਅਦ ਚੋਂ ਉਹਨੂੰ ਜਾਨੀ ਕਿ ਖੁਦ ਬਾਅਦ ਚੋਂ ਦਾ ਰਿਵਿਊ ਖੁਦ ਵੀ ਲਿਆ ਸੀਗਾ? ਹਾਂਜੀ ਸਰ ਮੈਨੂੰ 1 ਮਿੰਟ ਮਿਲਿਆ ਸਰ, ਮੈਂ ਝੂਠ ਨਹੀਂ ਬੋਲੂੰਗਾ ਸਰ, ਮੈਨੂੰ 1 ਮਿੰਟ ਜਾਂ 30 ਸੈਕਿੰਡ ਮਿਲੇ ਸੀ ਲਾਸਟ 'ਚ ਸਰ, ਉਹ ਵੀ ਮੈਂ ਰਿਲੈਕਸ ਹੋ ਕੇ ਦੇਖਿਆ ਸੀ। ਮੈਂ ਓਵਰਆਲ ਦੇਖਿਆ ਕਿ ਮੈਂ ਜਿੱਦਾਂ ਕੋਮਾ ਵਗੈਰਾ ਪਾਇਆ ਵਾ ਪ੍ਰੋਪਰ ਆ, ਮੈਂ ਪੰਚੁਏਸ਼ਨ ਮੈਂ ਆਪਣੀ ਠੀਕ ਕੀਤੀ ਸੀ। ਜਿੱਦਾਂ ਸਰ ਆਪਾਂ ਟੀ ਪਾਉਂਦੇ ਆ, ਟੀ ਉੱਤੇ ਆਪਾਂ ਲਾਈਨ ਨਹੀਂ ਪਾਉਣੀ ਕੋਈ ਹੈ ਨਾ, ਉਹ ਐਲ ਦਿਖਦਾ ਵਾ, ਉਹ ਚੀਜ਼ ਮੈਂ ਛੋਟੀਆਂ ਲਿਟਲ ਬਿਟ ਮਿਸਟੇਕਸ ਹੈਗੀਆਂ ਸੀ ਮੇਰੀਆਂ, ਉਹ ਮੈਂ ਕੀਤਾ। ਫਿਰ ਕਨਕਲੂਜਨ ਚੈੱਕ ਕੀਤਾ, ਕਨਕਲੂਜਨ ਸਰ ਮੇਰਾ 2 ਲਾਈਨ ਦਾ ਸੀ। ਓਕੇ ਠੀਕ ਹੈ, ਟਾਈਮ ਹੀ ਹੋ ਗਿਆ ਸਰ, ਉਦੋਂ ਟਾਈਮ ਹੋ ਰਿਹਾ ਸੀ, ਮੈਂ ਸਰ 2 ਲਾਈਨਾਂ 'ਚ ਕਨਕਲੂਜਨ ਲਿਖਤਾ। ਹੈ 1 ਲਾਈਨ ਸੀ, ਉਹ ਕੰਪਲੈਕਸ ਸੀ ਸਿਰਫ, ਅੱਛਾ ਕੰਪਲੈਕਸ ਸੀ, ਤੇ ਉਹ ਵੀ ਇੱਕ ਮੈਂ ਨਵੀਂ ਸ਼ੀਟ ਲਈ ਸਰ। ਇੱਕ ਟਾਈਮ ਵੇਸਟ ਬਹੁਤ ਕਰਦੇ ਹੋ ਜਦੋਂ ਆਪਾਂ ਨਵੀਂ ਸ਼ੀਟ ਲੈਂਦੇ ਹਾਂ ਨਾ ਸਰ। ਹਾਂ ਕਿਉਂਕਿ ਉਹਦੇ ਵਿੱਚ ਦੇਖੋ 30 ਤੋਂ 40 ਸੈਕਿੰਡ ਤੋਂ ਵੈਸੇ ਹੀ ਲਾ ਦਿੰਦੇ ਆ ਉਹਨੂੰ ਚੱਕ ਕੇ ਲਿਆਉਣ ਤੇ ਫੜਾਉਣ ਤੇ ਸਰ ਫਿਰ ਕਹਿੰਦੇ ਸਾਈਨ ਕਰੋ ਪ੍ਰੋਪਰ ਚੰਗੀ ਤਰ੍ਹਾਂ, ਤੇ ਫਿਰ ਨਿਊ ਸ਼ੀਟ ਦੇ ਉੱਪਰ ਵੀ ਨਾਮ ਵਗੈਰਾ ਲਿਖਾਉਂਦੇ ਆ ਉਹ? ਹਾਂਜੀ ਸਰ ਬਿਲਕੁਲ। ਫਿਰ ਕਹਿੰਦੇ ਸਰ ਪਹਿਲਾਂ ਮੈਂ ਕਿਹਾ ਸਰ ਮੈਨੂੰ ਲਿਖ ਲੈਣ ਦਿਓ, ਕਹਿੰਦੇ ਨਹੀਂ ਸਰ ਪਹਿਲਾਂ ਨਾਮ ਲਿਖੋ, ਸਾਈਨ ਕਰਾਓ, ਤੇ ਸਰ ਫਿਰ ਉਹਨਾਂ ਨੇ ਸ਼ੀਟ ਤੇ ਮੇਰੇ ਕੋਲ ਨਾਮ ਪੂਰਾ ਪ੍ਰੋਪਰ ਕਰਾ ਕੇ ਸਰ ਫਿਰ ਮੈਂ ਆਪਣਾ ਕਨਕਲੂਜਨ ਲਿਖਿਆ 2 ਲਾਈਨਾਂ ਦਾ। ਬਿਲਕੁਲ ਫਿਰ ਉਹਨਾਂ ਨੇ ਸਟੈਪਲ ਕਰਤਾ। 60 ਤੱਕ ਵਰਡ ਤੱਕ ਹੀ ਲਿਮਟਡ ਜੀ ਹੁੰਦੀ ਆ ਉਹ ਸੀਟ, ਕਿਉਂਕਿ ਬੜੀ ਸਲੋ। ਮੈਨੂੰ ਵੀ ਇੱਕ ਟਾਈਮ ਤੇ ਇਹ ਹੋਇਆ ਸੀ ਵੀ ਲੈ ਲਾਂ, ਪਰ ਉਧਰੋਂ ਟਾਈਮ ਹੋ ਜਾਂਦਾ, ਕਿਉਂਕਿ ਫਿਰ ਪਤਾ ਲੱਗ ਜਾਂਦਾ, ਬੱਚੇ ਨੂੰ ਕੰਟਰੋਲ ਕਰਨਾ ਪੈਂਦਾ ਵੀ। ਬਾਕੀ ਇਨਵੀਜੀਲੇਟਰ ਹੁੰਦੇ ਨੇ ਉਹ ਲਿਆ ਕੇ ਨਹੀਂ ਦਿੰਦੇ ਫਟਾਫਟ ਦਾ ਵੀ ਭੱਜ ਕੇ ਵੱਜ ਜਾਣਗੇ, ਉਹ ਆਰਾਮ ਨਾਲ ਲਿਆ ਕੇ ਦਿੰਦੇ ਆ ਸੀਟ ਤੁਰ ਕੇ। ਬਿਲਕੁਲ ਟਾਈਮ ਹੋ ਜਾਂਦੇ। ਬਿਲਕੁਲ। ਹੁਣ ਆਪਾਂ ਇੱਥੇ ਇੱਕ ਏਦਾਂ ਕਰਦੇ ਹਾਂ, ਇੱਥੋਂ ਤੱਕ ਜਿਹੜੀ ਵੀਡੀਓ ਐਕਚੁਅਲ ਦੇ ਵਿੱਚ ਮੈਂ YouTube ਤੇ ਅਪਲੋਡ ਕਰਨੀ ਹੈ, ਸੋ ਜਿੰਨੇ ਸਟੂਡੈਂਟ ਨੂੰ YouTube ਤੇ ਦੇਖ ਰਹੇ ਆ, ਸੋ ਕਰਨ ਦੇ ਬੈਂਡ ਆਇਆ 7 ਜਾਨੀ ਕਿ 22 ਡੇਜ਼ ਦੇ ਵਿੱਚ, ਜਿਹਦੇ ਵਿੱਚ ਸਭ ਤੋਂ ਵੱਡੀ ਚੀਜ਼ ਮਾਇਨੇ ਰੱਖਦੀ ਹੁੰਦੀ ਆ ਮਾਈਂਡ ਸੈਟ। ਆਪਣਾ ਮਾਈਂਡ ਸੈਟ ਸਹੀ ਰੱਖੋ ਪ੍ਰੋਪਰ, ਟੈਕਨੀਕਸ, ਇੱਕ ਲੈਂਗੁਏਜ ਨੂੰ
ਸ਼ਾਰਟਕਟ ਵੇ ਵੀ ਬਹੁਤ ਆ, ਹੋਲਡਿੰਗ ਪਾਵਰ ਤੇਜ਼ ਕਰੋ, ਥੋੜਾ ਸਕੈਨਿੰਗ ਵਧਾਓ ਤੇ ਥੋੜਾ ਫਾਸਟਰ ਹੋਣ ਦੇ ਵਿੱਚ। ਐਗਜ਼ਾਮ 'ਚ ਬੈਠੇ ਹੋ ਤਾਂ ਟਾਈਮ ਨੂੰ ਸਹੀ ਤਰੀਕੇ ਨਾਲ ਯੂਟੀਲਾਈਜ਼ ਕਰੋ। 1-2 ਦਿਨ ਪਹਿਲਾਂ ਆਪਣਾ ਦਿਮਾਗ ਨਾ ਖਰਾਬ ਕਰਕੇ ਜੋ ਤੁਹਾਡੇ ਕੋਲੇ ਆ ਉਹ ਚੀਜ਼ਾਂ ਨੂੰ ਜਾਣੀ ਕਿ ਰਿਟੇਨ ਕਰੋ ਆਪਣੇ ਮਾਈਂਡ ਦੇ ਵਿੱਚ, ਠੀਕ ਹੈ ਨਾ ਸਰ ਜੀ। your way of teaching